ਲਾਈਨਾਂ ਤੇ ਕਿਸਾਨ ਨੇ ਬੈਠੇ ਹੋਏ ਨੇ। ਪਿਛਲੇ ਬਹੁਤ ਦਿਨਾਂ ਤੋਂ ਜਿਹੜੀ ਰੇਲ ਪਟਰੀਆਂ ਨੇ ਉਹਨਾਂ ਤੇ ਰੇਲਾਂ ਟ੍ਰੇਨਸ ਨਹੀਂ ਦੌੜ ਰਹੀਆਂ। ਇਸ ਕਰਕੇ ਕੋਲਾ ਜਿਹੜਾ ਹੈਗਾ ਉਹ ਨਹੀਂ ਆ ਸਕ ਰਿਹਾ ਤੇ ਸਟੋਰੇਜ ਕਿਸੇ ਕੋਲ 6 ਦਿਨ ਦੀ, ਰੋਪੜ 6 ਦਿਨ ਦੀ ਰਹਿ ਗਈ ਹੈ, ਕਿਤੇ 3 ਦਿਨ ਦੀ, ਕਿਤੇ 2 ਦਿਨ ਦੀ, ਕਿਤੇ 1 ਦਿਨ ਦੀ ਰਹਿ ਗਈ ਹੈ। ਇਹ ਸਭ ਕੀ ਮਾਮਲਾ ਹੈ? ਜਿਸ ਢੰਗ ਨਾਲ ਐਮਰਜੈਂਸੀ ਪ੍ਰੋਜੈਕਟ ਕੀਤੀ ਜਾ ਰਹੀ ਹੈ ਉਹ ਨਹੀਂ ਹੈ। ਰਾਦਰ ਜਿਹੜੀ ਨੈਸ਼ਨਲ ਗ੍ਰਿਡ ਤੋਂ ਪਾਵਰ ਮਿਲਦੀ ਹੈ ਉਹ ਜਿਸ ਭਾਅ 'ਤੇ ਪੰਜਾਬ ਸਰਕਾਰ ਪ੍ਰਾਈਵੇਟ ਆਪਣੇ ਪਲਾਂਟਸ ਤੋਂ ਲੈਂਦੀ, ਆਪਣੇ ਸਟੇਟ ਤੋਂ, ਜਿਹੜੇ ਕਿ ਨੈਗੋਸ਼ੀਏਟ ਹੋਏ ਸੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਸਰਕਾਰ ਵੇਲੇ, ਉਸ ਤੋਂ ਸਸਤੀ ਮਿਲਦੀ ਹੈ। ਗੱਲ ਸਿਰਫ MSP ਦੀ ਕੰਸਟੀਟਿਊਸ਼ਨਲ ਵੈਲਿਡਿਟੀ ਦਾ ਨਹੀਂ ਹੈ। ਕਿਸਾਨ ਦੀ ਟੋਟਲ ਪ੍ਰੋਡਕਸ਼ਨ ਨੂੰ ਵਾਇਬਲ ਤਰੀਕੇ ਨਾਲ ਪਰਚੇਸ ਕਰਨ ਦੀ ਗਰੰਟੀ ਕੌਣ ਤੇ ਕਿਵੇਂ ਦੇ ਸਕਦਾ, ਕੋਈ ਗੱਲ ਇਹ ਦੇਖਣ ਵਾਲੀ। ਜਿਹੜੀ ਸ਼ਾਇਦ 27-28 ਰੁਪਏ ਅਸੀਂ ਇੱਥੇ ਇਸ ਟਾਈਮ ਆਟਾ ਖਾ ਰਹੇ ਹਾਂ, ਜਦੋਂ ਉਨੀ ਦੂਰੋਂ ਪੈਕੇਜਿੰਗ ਹੋ ਕੇ ਆਏਗੀ ਤਾਂ ਉਹ ਤਾਂ ਸਾਨੂੰ 60 ਤੋਂ 70 ਰੁਪਏ ਵੀ ਪੈ ਸਕਦੀ ਹੈ ਡੈਫੀਨੇਟਲੀ। ਜਿਹਨੂੰ ਪ੍ਰੋਸੈਸਿੰਗ ਕਹਿ ਦਿੰਦੇ ਆ, ਤੁਹਾਡੇ ਚਿਪਸ ਤੇ ਇਹ ਤੇ ਬਹੁਤ ਸਾਰੀਆਂ ਮਲਟੀਨੈਸ਼ਨਲ ਕਿੰਨੀ ਵੱਡੀ ਕਮਾਈ ਕਰ ਰਹੀਆਂ। ਤੁਹਾਡੇ ਸਟੇਟ ਦਾ ਨੁਮਾਇੰਦਾ ਕੇਂਦਰ ਦੇ ਵਿੱਚ ਫੂਡ ਪ੍ਰੋਸੈਸਿੰਗ ਮੰਤਰੀ ਰਿਹਾ ਹੋਵੇ, ਤੁਸੀਂ ਇੱਥੇ ਪ੍ਰੋਸੈਸਿੰਗ ਕਿਉਂ ਨਹੀਂ ਸ਼ੁਰੂ ਕਰ ਸਕਦੇ ਸੀਗੇ? ਅਸੀਂ ਇਕੱਲੀ ਕਣਕ, ਰਾਹ ਕਣਕ ਕਿਉਂ ਐਕਸਪੋਰਟ ਆਪ ਦੂਜੇ ਸਟੇਟਸ ਨੂੰ ਭੇਜੀਏ? ਤੁਸੀਂ ਇਹਨੂੰ ਪ੍ਰੋਸੈਸ ਕਰਕੇ ਇਹਦੀ ਮਾਰਕੀਟਿੰਗ ਕਿਉਂ ਨਹੀਂ ਕਰ ਸਕਦੇ? ਇਹ ਡਰ ਜਾਂਦੇ ਹੈ ਕਿ ਜੇ ਅਸੀਂ ਬਾਰਡਰ ਖੋਲ੍ਹਣ ਦਾ ਨਾਂ ਲਵਾਂਗੇ, ਪਾਕਿਸਤਾਨ ਕਰਕੇ ਅਸੀਂ ਐਂਟੀ ਨੈਸ਼ਨਲ ਨਾ ਖਵਾਈ ਜਾਈਏ। ਸਾਡੇ ਕੋਲ ਹੋਰ ਕੋਈ ਤਰੀਕਾ ਹੈ ਹੀ ਨਹੀਂ ਬਾਰਡਰ ਖੋਲ੍ਹਣ ਤੋਂ ਬਿਨਾਂ। ਜੇ ਪੰਜਾਬ ਦੀ ਇਕਾਨਮੀ ਨੂੰ, ਖੇਤੀ ਨੂੰ ਬਚਾਉਣਾ ਹੈ, ਇਹ ਬਾਰਡਰ ਖੋਲ੍ਹੀ ਜਾਵੇ। ਕਿ ਵਾਕਈ ਸਾਡਾ ਦੇਸ਼ ਜਿਹੜਾ ਹੈ ਉਹ ਕਿਸਾਨੀ ਵੋਟ ਬੈਂਕ ਦੇ ਨਾਮ ਤੋਂ ਜਾਂ ਇਸ ਤਰੀਕੇ ਦੇ ਨਾਲ ਜਿਹੜਾ ਦਲਿਤ ਔਰ ਕਿਸਾਨੀ, ਇਹ ਵਾਕਈ ਸਿਆਸਤ ਨੂੰ ਬਿਲਕੁਲ ਫੇਰ ਬਦਲ ਕਰਨ ਦੇ ਵਿੱਚ, ਤਖਤੇ ਪਲਟਣ ਦੇ ਵਿੱਚ, ਜਾਂ ਕੁਛ ਇਹਦੇ 'ਚ ਇੱਕ ਤਰੀਕੇ ਦੇ ਨਾਲ ਇਸ ਵਿਹੜੇ ਵਿੱਚ ਤਰਥੱਲੀ ਘੱਟੋ ਘੱਟ ਮਚਾਉਣ ਦੇ ਵਿੱਚ ਕਾਮਯਾਬ ਹਮੇਸ਼ਾ ਰਿਹਾ ਹੈ ਤੇ ਸ਼ਾਇਦ ਇਸ ਵਾਰ ਵੀ ਕੋਈ ਫੇਰ ਬਦਲ ਆਉਣਗੇ। ਪੰਜਾਬ ਇੱਕ ਵੱਖਰੀ ਤਰ੍ਹਾਂ ਦੀ ਸਟੇਟ ਹੈ ਜਿੱਥੇ ਇਹੋ ਜਿਹੇ ਇਸ਼ੂ ਮੈਟਰ ਕਰਦੇ ਹੁੰਦੇ ਆ। ਅਯੋਧਿਆ ਸ਼ਾਇਦ ਉਹਨਾਂ ਉਸ ਤਰ੍ਹਾਂ ਮੈਟਰ ਨਾ ਕਰੇ, ਉਹ ਵੱਖਰਾ ਇਸ਼ੂ ਹੈ, ਜਦ ਕਿ BJP ਨੇ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਜਿਹੜੀ ਪੰਜਾਬ ਦੀ ਅਤੇ ਸਿੱਖਾਂ ਦੀ ਡਾਇਨਾਮਿਕਸ ਹੈ ਉਹ ਵੱਖਰੀ ਤਰ੍ਹਾਂ ਦੀ ਹੈ। ਇਸ ਕਰਕੇ ਇਸ ਸਟੇਟ ਦੇ ਵਿੱਚ ਇਹੋ ਜਿਹੇ ਇਸ਼ੂ ਮੈਟਰ ਕਰ ਜਾਂਦੇ ਹੈ। ਇਕਾਨਮੀ ਅਤੇ ਧਰਮ ਦੋਵੇਂ ਜਦੋਂ ਇਕੱਠੇ ਕਰ ਦਿਓ ਅਤੇ ਉਹ ਡੈਡਲੀ ਕੰਬੀਨੇਸ਼ਨ। ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਮੈਂ ਬਿੰਦੂ ਸਿੰਘ ਇੱਕ ਵਾਰ ਫਿਰ ਹਾਜ਼ਰ ਹਾਂ ਲੈ ਕੇ ਪ੍ਰੋਗਰਾਮ ਡਾਇਲੌਗ ਦੇ ਵਿੱਚ। ਜਿਸ ਤਰ੍ਹਾਂ ਅਸੀਂ ਹਰ ਵਾਰ ਤੁਹਾਨੂੰ ਨਵੇਂ ਕਿਸੇ ਸ਼ਖਸੀਅਤ ਦੇ ਨਾਲ ਗੱਲਬਾਤ ਕਰਾਉਂਦੇ ਹਾਂ ਅਤੇ ਨਵੀਂ ਸ਼ਖਸੀਅਤ ਦੇ ਨਾਲ ਨਾਲ ਨਵੇਂ ਟੌਪਿਕ 'ਤੇ ਵੀ ਅਸੀਂ ਗੱਲ ਕਰਦੇ ਹਾਂ। ਸ਼ਖਸੀਅਤ ਜਿਹੜੇ ਅੱਜ ਨੇ ਉਹ ਤਾਂ ਸਾਡੇ ਪਹਿਲੇ ਵੀ ਪ੍ਰੋਗਰਾਮਾਂ 'ਤੇ ਆਉਂਦੇ ਨੇ, ਇਸ ਕਰਕੇ ਨਹੀਂ ਕਹਿ ਸਕਦੀ ਕੋਈ ਨਵਾਂ ਚਿਹਰਾ ਹੈਗਾ, ਸਗੋਂ ਬਹੁਤ ਹੀ ਸੀਜ਼ਨਡ ਜਿਹੜੇ ਇੱਕ ਪੱਤਰਕਾਰ ਨੇ ਜਗਤਾਰ ਸਿੰਘ ਜੀ, ਉਹਨਾਂ ਦੇ ਕੋਲ ਅਸੀਂ ਅੱਜ ਫਿਰ ਆਏ ਹਾਂ ਇੱਕ ਵਾਰੀ, ਕਿਉਂਕਿ ਜਿਹੜੀ ਉਹ ਗੱਲ ਕਰਦੇ ਹੈ, ਜਿਸ ਬੇਸ 'ਤੇ ਉਹ ਗੱਲ ਕਰਦੇ ਹੈ, ਫੈਕਟਸ 'ਤੇ, ਉਹ ਗੱਲ ਵਾਕਈ ਮਾਇਨੇ ਰੱਖਦੀ ਹੈ। ਅਤੇ ਹੁਣ ਜਿਹੜਾ ਅੱਜ ਕੱਲ੍ਹ ਹਾਲਾਤ ਬਣੇ ਹੋਏ ਆ, ਖਾਸ ਕਰਕੇ ਜੇ ਅਸੀਂ ਗੱਲ ਕਰੀਏ ਕਿਸਾਨਾਂ ਦਾ ਮੋਰਚਾ ਜਿਹੜਾ ਹੈ ਪੰਜਾਬ ਦੇ ਵਿੱਚ ਲੱਗਿਆ ਹੋਇਆ, ਕਈ ਹੋਰ ਜਿਹੜੇ ਸੂਬੇ ਨੇ ਦੇਸ਼ ਭਰ ਦੇ ਉਹਦੇ ਵਿੱਚ ਵੀ ਲੱਗੇ ਹੋਏ ਨੇ ਅਲੱਗ-ਅਲੱਗ। ਪਰ ਉਹਦੇ ਨਾਲ ਨਾਲ ਇੱਕ ਟੌਪਿਕ ਹੋਰ ਹੈਗਾ ਜਿਹੜਾ ਕਿ ਇੰਪੋਰਟੈਂਟ ਇਸ ਟਾਈਮ ਪੰਜਾਬ ਲਈ, ਸੂਬੇ ਪੰਜਾਬ ਲਈ ਹੈਗਾ, ਜਿਹੜਾ ਕਿ ਪੋਸਟ ਮੈਟ੍ਰਿਕ ਜਿਹੜੀ ਸਕਾਲਰਸ਼ਿਪ ਦਾ ਜਿਹੜਾ ਹੈਗਾ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਟੌਪਿਕ ਇਸ ਟਾਈਮ ਚੱਲ ਰਿਹਾ, ਇਸ਼ੂ ਚੱਲ ਰਿਹਾ, ਕਿਉਂਕਿ ਉਹਨੂੰ ਲੈ ਕੇ ਵੀ 10 ਤਰੀਕ ਨੂੰ ਜਿਹੜੀਆਂ ਦਲਿਤ ਜਥੇਬੰਦੀਆਂ ਨੇ ਜਾਂ ਸੰਤ ਸਮਾਜ ਦੇ ਉਹਨਾਂ ਦੇ ਕੁਝ ਲੋਕ ਨੇ ਜਿਨ੍ਹਾਂ ਨੇ ਕਮੇਟੀ ਬਣਾਈ ਹੈ, ਉਹਨਾਂ ਨੇ 10 ਤਰੀਕ ਨੂੰ ਮਤਲਬ ਕਿ ਕੱਲ੍ਹ ਚੱਕਾ ਜਾਮ ਕਰਨਾ ਹੈ। ਇਸ ਕਰਕੇ ਕਿਸਾਨ ਆਲਰੇਡੀ ਜਿਹੜਾ ਸੰਘਰਸ਼ ਕਰ ਰਿਹਾ ਹੈ, ਰੇਲ ਲਾਈਨਾਂ 'ਤੇ ਬੈਠਾ ਹੋਇਆ ਹੈ, ਨਾਲ ਦੀ ਨਾਲ ਜੇ ਦੇਖਿਆ ਜਾਏ ਤਾਂ ਸੜਕਾਂ ਜਾਮ ਕੀਤੀਆਂ, ਪਿਛਲੇ ਦਿਨੀ ਬਹੁਤ ਕੁਝ ਹੋਇਆ, ਤੁਹਾਨੂੰ ਸਭ ਪਤਾ ਹੀ ਹੈ। ਪਰ ਇੱਥੇ ਗੱਲ ਸਿਰਫ ਇੰਨੀ ਕੁ ਨਹੀਂ। ਕੱਲ੍ਹ ਇੱਕ ਖਬਰ ਆਈ ਛੋਟੀ ਜਿਹੀ, ਜਿਸ ਨੂੰ ਲੈ ਕੇ ਮੈਨੂੰ ਲੱਗਿਆ ਕਿ ਮੈਨੂੰ ਕਿਸੇ ਸੁਲਝੇ ਹੋਏ ਇਨਸਾਨ, ਪੱਤਰਕਾਰ ਅਤੇ ਜਰਨਲਿਸਟ ਦੇ ਨਜ਼ਰੀਏ ਨਾਲ ਵੀ ਇਹਨਾਂ ਚੀਜ਼ਾਂ ਦੀ ਘੋਖ ਪੜਤਾਲ ਕਰਨੀ ਬਣਦੀ ਹੈ। ਕੱਲ੍ਹ ਖਬਰ ਇਹ ਸੀਗੀ ਕਿ ਕਹਿੰਦੇ ਜਿਹੜਾ ਪੰਜਾਬ ਹੈਗਾ ਉਹਦੇ 'ਚ ਜਿਹੜੇ ਥਰਮਲ ਪਲਾਂਟ ਨੇ ਇਸ ਟਾਈਮ, ਕਿਉਂਕਿ ਉਹਦੇ ਵਿੱਚ 14 ਕੁ ਦਿਨ ਦਾ ਕੋਲਾ ਮੰਗਾ ਕੇ ਰੱਖਿਆ ਜਾਂਦਾ ਹੈ। ਲਾਈਨਾਂ 'ਤੇ ਕਿਸਾਨ ਨੇ ਬੈਠੇ ਹੋਏ ਨੇ। ਪਿਛਲੇ ਬਹੁਤ ਦਿਨਾਂ ਤੋਂ ਜਿਹੜੀ ਰੇਲ ਪਟਰੀਆਂ ਨੇ ਉਹਨਾਂ 'ਤੇ ਰੇਲਾਂ, ਟ੍ਰੇਨਸ ਨਹੀਂ ਦੌੜ ਰਹੀਆਂ। ਇਸ ਕਰਕੇ ਕੋਲਾ ਜਿਹੜਾ ਹੈਗਾ ਉਹ ਨਹੀਂ ਆ ਸਕ ਰਿਹਾ ਅਤੇ ਸਟੋਰੇਜ ਕਿਸੇ ਕੋਲ 6 ਦਿਨ ਦੀ, ਰੋਪੜ 6 ਦਿਨ ਦੀ ਰਹਿ ਗਈ ਹੈ, ਕਿਤੇ 3 ਦਿਨ ਦੀ, ਕਿਤੇ 2 ਦਿਨ ਦੀ, ਕਿਤੇ 1 ਦਿਨ ਦੀ ਰਹਿ ਗਈ ਹੈ। ਇਹ ਸਭ ਕੀ ਮਾਮਲਾ ਹੈ
ਔਰ ਇਹਨੂੰ ਅੱਗੇ ਕਿਵੇਂ ਵਧਾਇਆ ਜਾਵੇ ਜਾਂ ਇਸ ਤੇ ਗੱਲ ਕਿਵੇਂ ਤੋਰੀ ਜਾਏ, ਇਹਦੇ ਲਈ ਅਸੀਂ ਜਗਤਾਰ ਜੀ ਕੋਲ ਆਏ ਹਾਂ। ਸਰ, ਤੁਹਾਡਾ ਬਹੁਤ ਬਹੁਤ ਸਵਾਗਤ। ਥੈਂਕ ਯੂ ਜੀ, ਥੈਂਕ ਯੂ। ਸਰ, ਇਹ ਸਾਰਾ ਮਾਮਲਾ ਮੈਂ ਲੰਬੀ ਚੌੜੀ ਅੱਜ ਮੈਂ ਇੰਟਰੋਡਕਸ਼ਨ ਦਿੱਤੀ ਹੈ ਕਿਉਂਕਿ ਪਿਛਲੇ ਦਿਨ ਖਲਾਰਾ ਹੀ ਬਹੁਤ ਜ਼ਿਆਦਾ ਪੈ ਗਿਆ ਸੀਗਾ, ਪਿਆ ਹੋਇਆ ਤੁਹਾਨੂੰ ਪਤਾ ਹੀ ਹੈ। ਕੀ ਕਹੋਗੇ ਤੁਸੀਂ? ਦੇਖੋ, ਜਿਹੜੀ ਕੋਲ ਦੀ ਗੱਲ ਹੈ ਨਾ, ਮੇਰਾ ਨਜ਼ਰੀਆ ਇਹ ਤਾਂ ਬਿਲਕੁਲ ਹੀ ਡਿਫਰੈਂਟ ਹੈ। ਸਰਕਾਰ ਨੇ ਇੱਕ ਐਮਰਜੈਂਸੀ ਕ੍ਰੀਏਟ ਦਿਖਾਉਣ ਦੀ ਕੋਸ਼ਿਸ਼, ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਅੱਜ ਕੱਲ੍ਹ ਜਿਹੜਾ ਸਿਸਟਮ ਹੈ ਹਿੰਦੁਸਤਾਨ ਦੇ ਵਿੱਚ, ਸਾਰੀਆਂ ਸਟੇਟਸ ਨੈਸ਼ਨਲ ਗ੍ਰਿਡ ਨਾਲ ਇੰਟੈਗਰੇਟਿਡ ਹੈ। ਤੁਸੀਂ ਜਦੋਂ ਮਰਜ਼ੀ, ਤੁਹਾਡੇ ਕੋਲ ਬਿਜਲੀ ਸ਼ਾਰਟ ਹੈ, ਤੁਸੀਂ ਨੈਸ਼ਨਲ ਗ੍ਰਿਡ ਤੋਂ ਡਰਾ ਕਰ ਸਕਦੇ ਹੋ। ਉਹਦੀ ਕੀਮਤ ਆਪਣੇ ਆਪ ਐਡਜਸਟ ਹੋ ਜਾਂਦੀ ਹੈ ਆਟੋਮੈਟਿਕਲੀ, ਤੁਹਾਨੂੰ ਪੈਸੇ ਦੇਣੇ ਪੈਂਦੇ ਹੈ। ਸੋ ਮੇਰੇ ਖਿਆਲ ਦੇ ਵਿੱਚ ਜਿਸ ਢੰਗ ਨਾਲ ਐਮਰਜੈਂਸੀ ਪ੍ਰੋਜੈਕਟ ਕੀਤੀ ਜਾ ਰਹੀ ਹੈ ਉਹ ਨਹੀਂ ਹੈ। ਰਾਦਰ ਜਿਹੜੀ ਨੈਸ਼ਨਲ ਗ੍ਰਿਡ ਤੋਂ ਪਾਵਰ ਮਿਲਦੀ ਹੈ, ਉਹ ਜਿਸ ਭਾਅ 'ਤੇ ਪੰਜਾਬ ਸਰਕਾਰ ਪ੍ਰਾਈਵੇਟ ਆਪਣੇ ਪਲਾਂਟਸ ਤੋਂ ਲੈਂਦੀ, ਆਪਣੇ ਸਟੇਟ ਤੋਂ, ਜਿਹੜੇ ਕਿ ਨੈਗੋਸ਼ੀਏਟ ਹੋਏ ਸੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਸਰਕਾਰ ਵੇਲੇ, ਉਸ ਤੋਂ ਸਸਤੀ ਮਿਲਦੀ ਹੈ। ਇਹ ਇਸ਼ੂ ਵਾਰ-ਵਾਰ ਉੱਠਿਆ ਹੈ, ਖਾਸ ਕਰਕੇ ਪਿਛਲੇ 1 ਸਾਲ ਦੇ ਵਿੱਚ, ਕਿ ਜਿਹੜੇ ਇਹ ਪ੍ਰਾਈਵੇਟ ਪਲਾਂਟ ਬਾਅਦ ਦੇ ਵਿੱਚ ਲੱਗੇ ਸੀ, ਜਿਨ੍ਹਾਂ ਦਾ PPA ਪਹਿਲਾਂ ਕੰਟਰੋਵਰਸ਼ਲ ਰਿਹਾ, ਸਰਕਾਰ ਨੇ, ਕਾਂਗਰਸ ਨੇ ਪ੍ਰੋਮਿਸ ਕੀਤਾ ਸੀ ਅਸੀਂ ਕੈਂਸਲ ਕਰਾਂਗੇ, ਬਈ ਇਹਨਾਂ ਨੂੰ ਬੰਦ ਹੀ ਕਰ ਦਿਓ ਅਤੇ ਤੁਸੀਂ ਪਾਵਰ ਪਰਚੇਜ਼ ਕਰੋ ਮਾਰਕੀਟ ਤੋਂ, ਉਹ ਸਸਤੀ ਮਿਲਦੀ ਹੈ। ਸੋ ਕੰਟਰੋਵਰਸੀ ਉਹ ਨਹੀਂ ਹੈ। ਇੱਕ ਤਰੀਕਾ ਸੀ ਇਹਨਾਂ ਨੇ ਮੇਰੇ ਖਿਆਲ 'ਚ ਵਰਤਿਆ ਕਿ ਇਸ ਐਜੀਟੇਸ਼ਨ ਨੂੰ ਕਿਸ ਢੰਗ ਨਾਲ ਡਾਇਲਿਊਟ ਕੀਤਾ ਜਾ ਸਕਦਾ ਹੈ। ਸੋ ਇਸ਼ੂ ਸਿਰਫ ਇਹ ਨਹੀਂ ਹੈ ਕਿ ਪਲਾਂਟ ਬੰਦ ਹੋ ਜਾਣਗੇ, ਬੰਦ ਹੋ ਜਾਣ, ਪੰਜਾਬ ਨੂੰ ਪਾਵਰ ਨੈਸ਼ਨਲ ਗ੍ਰਿਡ ਤੋਂ ਮਿਲ ਸਕਦੀ ਹੈ ਔਰ ਉੱਥੋਂ ਲੈਣੀ ਚਾਹੀਦੀ ਹੈ। ਸਰ, ਜੋ ਖਬਰ ਆਈ ਹੈ, ਖਬਰ ਕਹਿੰਦੀ ਹੈ ਕਿ ਸਰਕਾਰੀ ਜਿਹੜੇ ਥਰਮਲ ਪਲਾਂਟਸ ਨੇ, ਜਿਹੜੇ ਸਰਕਾਰੀ ਇੱਕ ਲੱਗਿਆ ਹੋਇਆ ਹੈ ਬਿਜਲੀ ਵਿਭਾਗ, ਉਹਦੇ ਕੋਲ ਕੁਝ ਕੁ ਦਿਨਾਂ ਦਾ ਰਹਿ ਗਿਆ। ਜਿਹੜੇ ਪ੍ਰਾਈਵੇਟ ਵਾਲੇ ਲਾਏ ਹੈ ਉਹਦੇ ਕੋਲ ਅਲੱਗ-ਅਲੱਗ, ਕਿਸੇ ਕੋਲ 2 ਦਿਨ, ਕਿਸੇ ਕੋਲ 6 ਦਿਨ, ਕਿਸੇ ਕੋਲ 5 ਦਿਨ ਦੀ ਗੱਲ ਆ ਰਹੀ ਹੈ। ਪਰ ਬਿਲਕੁਲ ਤੁਹਾਡੀ ਗੱਲ 'ਤੇ ਵੀ ਨਜ਼ਰ ਮਾਰਨੀ ਬਣਦੀ ਹੈ ਕਿ ਇਸ ਟਾਈਮ ਜਿਹੜੇ ਨੇ ਕਿਸਾਨਾਂ ਦਾ ਸੰਘਰਸ਼, ਤੁਸੀਂ ਕਹਿ ਸਕਦੇ ਹੋ ਕਿ ਉਹਨਾਂ ਦੀ ਜਿਹੜੀ ਉਹਨਾਂ ਨੇ ਇੱਕ ਜੰਗ ਛੇੜੀ ਹੋਈ ਹੈ, ਉਹ ਕਾਫੀ ਜ਼ਿਆਦਾ ਅੱਗੇ ਚਲੀ ਗਈ ਹੈ। ਇਹਦਾ ਤਾਲਮੇਲ ਤੁਸੀਂ ਕਿਵੇਂ ਦੇਖਦੇ ਹੋ? ਜਦ ਤੱਕ ਜਿਹੜੇ ਕਿਸਾਨਾਂ ਦੀਆਂ ਮੰਗਾਂ ਹੈ ਉਹਨਾਂ ਦਾ ਕੋਈ ਸਲੂਸ਼ਨ ਐਕਸੈਪਟੇਬਲ ਨਹੀਂ ਹੁੰਦਾ, ਇਹ ਸੰਘਰਸ਼ ਚੱਲੇਗਾ। ਮਸਲਾ ਸਿਰਫ MSP ਅਤੇ ਮਾਰਕੀਟਸ ਦਾ ਨਹੀਂ ਹੈ, ਮਸਲਾ ਪੰਜਾਬ ਦੇ ਕਿਸਾਨ ਦੀ ਸਰਵਾਈਵਲ ਦਾ ਹੈ। ਇਕੋਨੋਮਿਸਟ ਸਮਝਾਉਣ ਦੀ ਕੋਸ਼ਿਸ਼ ਕਰਦੇ ਹੈ ਫਰੀ ਮਾਰਕੀਟ ਵਾਲੇ, ਵੀ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਹੈ। ਕਿਸਾਨ ਤੋਂ ਜ਼ਿਆਦਾ ਇਕਨੋਮਿਕਸ ਨੂੰ ਕੋਈ ਨਹੀਂ ਸਮਝ ਸਕਦਾ। ਜਿਹੜਾ ਬੰਦਾ ਸਿੱਧਾ ਹੀ ਅਫੈਕਟਡ ਹੈ ਉਹਨੂੰ ਪਤਾ ਹੈ। ਕਿਸਾਨ ਨੂੰ ਕਿਹਾ ਜਾਂਦਾ ਵੀ ਤੂੰ ਜਿੱਥੇ ਮਰਜ਼ੀ ਜਾ ਕੇ ਵੇਚ ਲਾ ਆਪਣੀ ਫਸਲ। ਜਿਹੜਾ 2 ਏਕੜ ਦਾ ਵਾਲਾ ਕਿਸਾਨ ਹੈ, 3 ਏਕੜ ਵਾਲਾ ਕਿਸਾਨ ਹੈ, ਉਹਦੀ ਕਪੈਸਿਟੀ ਕਿੱਥੇ ਹੈ ਕਿਤੇ ਲੈ ਕੇ ਜਾਣ ਦੀ? ਉਹ ਤਾਂ ਨਾਲ ਦੇ ਪਿੰਡ ਦੀ ਜਿਹੜੀ ਦੂਸਰੀ ਮੰਡੀ ਉੱਥੇ ਨਹੀਂ ਲੈ ਕੇ ਜਾ ਸਕਦਾ। ਨੰਬਰ 2, ਪੰਜਾਬ ਦੇ ਵਿੱਚ ਮੰਡੀ ਸਿਸਟਮ ਪੂਰੀ ਤਰ੍ਹਾਂ ਡਿਵੈਲਪ ਹੋਣ ਕਰਕੇ ਇੱਥੇ ਕੀਮਤ ਲੋਕਾਂ ਨੂੰ ਮਿਲਦੀ ਸੀ, ਉਹ ਵੀ ਸਿਰਫ ਵੇਟ ਅਤੇ ਪੈੜੀ ਦੀ ਗੱਲ ਹੈ ਨਾ, ਬਾਕੀ ਤਾਂ ਕਿਤੇ MSP ਮਿਲਦੀ ਨਹੀਂ। ਸੋ ਉਹ ਪੰਜਾਬ ਡਿਫਰੈਂਟ ਕੈਟੇਗਰੀ ਹੈ। ਜਿਹੜੇ ਲੋਕ ਇਹੋ ਜਿਹੇ ਕਾਨੂੰਨ ਬਣਾਉਂਦੇ ਹੈ ਉਹਨਾਂ ਨੂੰ ਜਿਹੜੀ ਰੀਜਨਲ ਵੇਰੀਏਸ਼ਨਸ ਹੈਗੀਆਂ ਉਹ ਧਿਆਨ 'ਚ ਰੱਖਣੀ ਚਾਹੀਦੀਆਂ। ਮੇਰੇ ਖਿਆਲ ਦੇ ਵਿੱਚ ਪੰਜਾਬ ਅਤੇ ਹਰਿਆਣਾ ਦੀ ਜਿਹੜੀ ਸਪੈਸੀਫਿਕ ਸਿਚੁਏਸ਼ਨ ਹੈ ਉਹ ਦਿੱਲੀ ਵਾਲਿਆਂ ਨੇ ਇਗਨੋਰ ਕੀਤੀ ਹੋਈ ਹੈ ਕਿ ਜੇ ਬਾਕੀ ਹਿੰਦੁਸਤਾਨ ਦੇ ਵਿੱਚ ਰੌਲਾ ਨਹੀਂ ਪੈ ਰਿਹਾ ਇਹ ਵੀ ਸ਼ਾਇਦ ਹੌਲੀ ਹੌਲੀ ਚੁੱਪ ਹੋ ਜਾਏ। ਮੇਰਾ ਖਿਆਲ ਹੈ ਚੁੱਪ ਹੋਣਾ ਨਹੀਂ ਕੰਮ, ਜਦ ਤੱਕ ਇਹਦਾ ਸੋਲੂਸ਼ਨ ਪ੍ਰੋਪਰ ਨਹੀਂ ਹੁੰਦਾ। ਸਰ, ਬੜੀ ਅਜੀਬ ਜੇ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਵੀ ਦੇਖੀਆਂ ਖਬਰਾਂ ਦੇ ਬਹੁਤ ਨੇੜੇ ਰਹਿੰਦੇ ਹੋ, ਤੁਸੀਂ ਵਾਚਦੇ ਹੋ ਸਭ ਕੁਝ। ਜਿਹੜੀ ਅਕਾਲੀ ਦਲ ਬਾਦਲ ਜੀ ਦੀ ਜੇ ਆਪਾਂ ਗੱਲ ਕਰੀਏ, ਵਜ਼ੀਰੀ ਛੱਡ ਕੇ ਉਹ ਇੱਥੇ ਆ ਕੇ ਮਾਰਚ ਕਰਨ, ਪ੍ਰੋਟੈਸਟ ਕਰਨ। ਦੂਜੇ ਪਾਸੇ ਜੇ ਅਸੀਂ ਕਾਂਗਰਸ ਪਾਰਟੀ ਦੀ ਗੱਲ ਕਰੀਏ ਜਿਹਦੀ ਸੂਬਾ ਵਿੱਚ ਸਰਕਾਰ ਹੈ ਇਸ ਟਾਈਮ 'ਤੇ, ਉਹਨਾਂ ਦੇ ਜਿਹੜੇ ਮਤਲਬ ਕਿ ਇੱਕ ਤਰ੍ਹਾਂ ਦੇ ਆਗੂ ਕਹਿ ਸਕਦੇ ਹਾਂ, ਜਿਹੜੇ ਇਸ ਟਾਈਮ ਸੂਬਾ ਸੰਭਾਲ ਰਹੇ ਨੇ, ਮੁੱਖ ਮੰਤਰੀ ਅਮਰਿੰਦਰ ਸਿੰਘ, ਉਹਨਾਂ ਨੇ ਕਿਹਾ ਸੀ ਕਿ ਮੈਂ ਕਿਸਾਨਾਂ ਦੇ ਨਾਲ ਹੈਗਾ, ਹਜੇ ਵੀ ਕਹਿ ਰਹੇ ਨੇ ਨਾਲ ਹੈਗਾ, ਪਰ ਉਹ ਕਹਿੰਦੇ ਸੀ ਇੱਕ ਟਾਈਮ 'ਤੇ ਕਿ ਤੁਸੀਂ ਅੱਗੇ ਲੱਗੋ ਅਤੇ ਮੈਂ ਤੁਹਾਡੇ ਨਾਲ ਦਿੱਲੀ ਚੱਲਦਾ। ਉਹ ਤਾਂ ਦਿੱਲੀ ਨਹੀਂ ਗਏ, ਉਲਟਾ ਰਾਹੁਲ ਜਿਹੜੇ ਨੇ ਉਹ ਤੁਰ ਕੇ ਇੱਥੇ ਆ ਜਾਂਦੇ ਆ। ਮਤਲਬ ਕਿ ਗੱਲ ਤਾਂ ਜਿਹੜੀ MSP ਦੀ ਗੱਲ ਕਰੀਏ ਜਾਂ ਇਹਨਾਂ ਕਾਨੂੰਨਾਂ ਦੀ ਗੱਲ ਕਰੀਏ, ਆਰਡੀਨੈਂਸਿਸ ਦੀ ਗੱਲ ਕਰੀਏ, ਉਹ ਬੇਸਿਕਲੀ ਜਿਹੜੀ ਸੈਂਟਰ ਸਰਕਾਰ ਦੇ ਦਿੱਤੇ ਹੋਏ ਨੇ, ਉਹਨਾਂ ਨੇ ਕਾਨੂੰਨ ਬਣਾਏ ਨੇ, ਪਾਰਲੀਮੈਂਟ ਦੇ ਵਿੱਚ ਪਾਸ ਹੋਏ ਨੇ, ਪਰ ਜਿਹੜੇ ਆਗੂ ਨੇ ਉਹ ਪੰਜਾਬ ਦੇ ਵਿੱਚ ਆ ਰਹੇ ਨੇ। ਇਹ ਸਾਰਾ ਦਾ ਸਾਰਾ ਤੁਸੀਂ ਕਿਵੇਂ ਦੇਖਦੇ ਹੋ? ਨਹੀਂ, ਤੁਹਾਡਾ ਸਵਾਲ ਇੰਟਰਸਟਿੰਗ ਹੈ।
ਮੈਂ ਇਹਨੂੰ ਦੋ ਡਾਇਮੈਂਸ਼ਨਸ ਨਾਲ ਸਾਰੀ ਗੱਲ ਨੂੰ ਦੇਖਦਾ। ਇੱਕ ਤਾਂ ਸੰਘਰਸ਼ ਹੈ ਕਿਸਾਨਾਂ ਦਾ, ਉਹ ਆਪਣੀ ਸਰਵਾਈਵਲ ਦੀ ਲੜਾਈ, ਜਿਵੇਂ ਪਹਿਲਾਂ ਕਿਹਾ ਮੈਂ ਕਿ ਉਹ ਆਪਣੀ ਸਰਵਾਈਵਲ ਦੀ ਲੜਾਈ ਲੜ ਰਹੇ ਆ। ਦੂਸਰਾ ਸੰਘਰਸ਼ ਕਰ ਰਹੀਆਂ ਸਿਆਸੀ ਪਾਰਟੀਆਂ, ਉਹ ਆਪਣੀ ਵੋਟਾਂ ਦੀ ਲੜਾਈ ਲੜ ਰਹੇ ਆ। ਦੋਵਾਂ 'ਚ ਫਰਕ ਆ ਗਿਆ ਨਾ ਸਿਆਸੀ ਪਾਰਟੀਆਂ ਵੀ ਕਿਸਾਨਾਂ ਦਾ ਲੈ ਰਹੀਆਂ। ਅਕਾਲੀ ਦਲ ਬਾਦਲ ਦਾ ਨੁਮਾਇੰਦਾ ਦਿੱਲੀ 'ਚੋਂ ਰਿਜ਼ਾਈਨ ਕਰਕੇ ਬੀਬੀ ਹਰਸਿਮਰਤ ਕੌਰ ਵਾਪਸ ਆ ਗਏ, ਜਦ ਕਿ ਮੈਨੂੰ ਵਾਰ-ਵਾਰ ਕਹਿੰਦਿਆਂ ਚੰਗਾ ਨਹੀਂ ਲੱਗਦਾ ਕਿ ਪਹਿਲਾਂ ਲਗਾਤਾਰ 2.5-3 ਮਹੀਨੇ ਸਾਰਾ ਟੱਬਰ ਉਹਨਾਂ ਲੈਜਿਸਲੇਸ਼ਨ ਨੂੰ, ਜਦੋਂ ਆਰਡੀਨੈਂਸ ਸੀਗੇ, ਡਿਫੈਂਡ ਕਰੀ ਗਿਆ। ਹੁਣ ਤੱਕ ਉਹਨਾਂ ਨੇ ਕਦੇ ਇਹ ਨਹੀਂ ਦੱਸਿਆ ਵੀ ਅਸੀਂ ਪਹਿਲਾਂ ਡਿਫੈਂਡ ਕਿਉਂ ਕਰਦੇ ਸੀਗੇ, ਬਾਦਲ ਸਾਹਿਬ ਤੱਕ। ਸੋ ਜਦੋਂ ਉਹਨਾਂ ਨੂੰ ਵੀ ਲੱਗਿਆ ਵੀ ਸਾਡਾ ਆਧਾਰ ਕਿਸਾਨੀ ਸੀ ਜਿਹੜਾ, ਉਹ ਸਾਥੋਂ ਪਿੱਛੇ ਹਟ ਰਿਹਾ ਹੈ, ਖਿਸਕ ਰਿਹਾ ਸਾਰਾ, ਤਾਂ ਉਹ ਵੀ ਮੈਦਾਨ 'ਚ ਆ ਗਏ। ਸੋ ਲੜਾਈ ਦੋ ਲੈਵਲ 'ਤੇ ਹੈ, ਕਿਸਾਨੀ ਆਪਣੀ ਲੜਾਈ ਲੜ ਰਹੀ ਹੈ, ਸਿਆਸੀ ਪਾਰਟੀਆਂ ਆਪਣੀ ਲੜਾਈ ਲੜ ਰਹੀਆਂ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿਸਾਨਾਂ ਨੂੰ ਵੀ ਤੁਸੀਂ ਅੱਗੇ ਲੱਗੋ। ਹੁਣ ਉਸ ਤੋਂ ਅੱਗੇ ਇੱਕ ਸਟੇਜ ਹੋਰ ਆਉਣੀ ਹੈ, ਗੱਲਬਾਤ ਹੋਣੀ ਹੈ। ਅਲਟੀਮੇਟਲੀ ਕੋਈ ਵੀ ਸੰਘਰਸ਼ ਹੋਵੇ ਹਮੇਸ਼ਾ ਟੇਬਲ 'ਤੇ ਬੈਠ ਕੇ ਉਹਦੇ ਫੈਸਲੇ ਹੋਇਆ ਕਰਦੇ ਆ। ਹੁਣ ਨੈਗੋਸ਼ੀਏਟ ਕੌਣ ਕਰੇਗਾ ਕਿਸਾਨਾਂ ਦੇ ਬਿਹਾਫ 'ਤੇ? ਕਿਸਾਨ ਖੁਦ ਕਰਨਗੇ ਜਾਂ ਉਹਨਾਂ ਦੇ ਬਿਹਾਫ 'ਤੇ ਕੋਈ ਪਾਰਟੀ ਨੈਗੋਸ਼ੀਏਟ ਕਰੇਗੀ? ਫੈਸਲਾ ਉੱਥੇ ਆ ਕੇ ਹੋਏਗਾ। ਜੇ ਕਿਸਾਨ ਆਪਣਾ ਨੈਗੋਸ਼ੀਏਸ਼ਨ ਖੁਦ ਕਰਨਗੇ ਅਤੇ ਉਹਦੇ ਪੋਲੀਟੀਕਲ ਮਾਇਨੇ ਵੱਖਰੇ ਹੋਣਗੇ। ਜੇ ਕੋਈ ਸਿਆਸੀ ਪਾਰਟੀ ਵਿੱਚੋਂ ਕੁਛ ਕਰਵਾ ਕੇ ਆਪਣਾ ਫਾਇਦਾ ਲੈਣਾ ਚਾਹਵੇ, ਉਹ ਗੱਲ ਵੱਖਰੀ ਹੋਏਗੀ। ਇਹ ਆਉਣ ਵਾਲੇ ਦਿਨ ਦੱਸਣਗੇ, ਸਮਾਂ ਦੱਸੇਗਾ ਕਿ ਇਹ ਸੰਘਰਸ਼ ਅੱਗੇ ਇਹ ਕਿਵੇਂ ਸ਼ੇਪ ਲੈਂਦਾ ਸਾਰਾ। ਪਰ ਜਿਹੜੇ ਆਪਾਂ ਜੇ ਕਿਸਾਨ ਜਥੇਬੰਦੀਆਂ ਦੀ ਗੱਲ ਕਰੀਏ, 31 ਜਥੇਬੰਦੀਆਂ ਦੀ ਜਿਹੜੀ ਖਾਸ ਕਰਕੇ ਪੰਜਾਬ ਦੇ ਵਿੱਚ ਗੱਲ ਹੁੰਦੀ ਹੈ, ਲੱਖੇਵਾਲ ਜਿਹੜੀ ਇੱਕ ਜਥੇਬੰਦੀ ਅਲੱਗ ਤੋਂ ਜਿਹੜੇ ਹੈਗੇ, ਉਹਨਾਂ ਨੇ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਇਕੱਲੇ ਹੀ ਪਟੀਸ਼ਨ ਲੈ ਕੇ ਤੁਰ ਪਏ ਸੀਗੇ। ਉਹਦੀ ਥੋੜ੍ਹੀ ਬਹੁਤ ਹਲਚਲ, ਉਸ ਗੱਲ ਨੂੰ ਥੋੜ੍ਹਾ ਜਿਹਾ ਲੋਕਾਂ ਨੇ ਨੋਟਿਸ 'ਚ ਵੀ ਲਿਆ ਵੀ ਉਹਨਾਂ ਨੂੰ ਇਕੱਲੇ ਇੱਦਾਂ ਉੱਠ ਕੇ ਨਹੀਂ ਜਾਣਾ ਚਾਹੀਦਾ ਸੀ, ਜਦ 31 ਦੇ 31 ਜਥੇਬੰਦੀਆਂ ਜਿਹੜੀਆਂ ਉਹ ਇਕੱਠੀਆਂ ਤੁਰ ਰਹੀਆਂ ਨੇ ਔਰ ਕਿਸਾਨਾਂ ਦੇ ਲਈ ਸੰਘਰਸ਼ ਕਰ ਰਹੀਆਂ, ਅਤੇ ਇਕੱਠੇ ਇਕਮੁੱਠ ਹੋ ਕੇ ਰਹਿਣਾ ਚਾਹੀਦਾ ਹੈ ਅਤੇ ਉੱਦਾਂ ਹੀ ਉਹਨਾਂ ਨੂੰ ਕੋਈ ਡਿਸੀਜ਼ਨ ਲੈਣਾ ਚਾਹੀਦਾ। ਤੁਹਾਨੂੰ ਲੱਗਦਾ ਵੀ ਇਹਦੇ ਵਿੱਚ ਵੀ ਜਾਂ ਤਾਂ ਕੋਈ ਸ਼ਾਇਦ ਪੋਲੀਟੀਕਲ ਜਿਹੜੀ ਹੈਗੀ ਹੈ ਇੰਟਰੂਜਨ ਹੋ ਜਾਂਦੀ ਹੈ, ਜਾਂ ਕਿਸੇ ਤਰੀਕੇ ਦੇ ਨਾਲ ਜਿਹੜੀ ਹੈਗੀ ਹੈ ਕਿਸਾਨ ਵੀ ਸ਼ਾਇਦ ਓਨੇ ਜ਼ਿਆਦਾ ਮਜ਼ਬੂਤੀ ਨਾਲ ਜਾਂ ਕਿਤੇ ਹਿਲਜੁਲ ਉਹਨਾਂ ਦੇ ਵਿੱਚ ਵੀ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਡੈਫੀਨੇਟਲੀ, ਕਿਉਂਕਿ ਇੱਕ ਵਾਰ ਤਾਂ ਉਹ ਕਹਿੰਦੇ ਸੀ ਅਸੀਂ ਰੱਦ ਕਰਾਉਣਾ ਚਾਹੁੰਦੇ ਹਾਂ, ਪੂਰੀ ਤਰ੍ਹਾਂ ਕਾਨੂੰਨ ਹੈ, ਰੱਦ ਹੀ ਹੋਣੇ ਚਾਹੀਦੇ ਹੈ। ਅਤੇ ਹੁਣ ਜੇ ਗੱਲਬਾਤ ਹੁੰਦੀ ਹੈ ਤਾਂ ਸ਼ਾਇਦ ਕਿਤੇ MSP ਦਾ ਰੌਲਾ ਤਾਂ ਇਕੱਲਾ ਇੱਕ ਰੌਲਾ ਨਹੀਂ ਹੈਗਾ, ਕਿਉਂਕਿ ਕਿਸੇ ਸਿਰਫ MSP ਵਰਡ ਨਾਲ ਜੁੜ ਜਾਣ ਦੇ ਨਾਲ ਕੀ ਕਿਸਾਨ ਸੰਤੁਸ਼ਟ ਹੋ ਜਾਏਗਾ ਇੱਥੇ? ਨਹੀਂ, ਮਸਲਾ ਸਿਰਫ MSP ਦਾ ਨਹੀਂ ਹੈ। ਮੈਂ ਪਹਿਲਾਂ ਤੁਹਾਡੇ ਜਿਹੜੇ ਤੁਸੀਂ ਲੱਖੋਵਾਲ ਦੇ ਯੂਨੀਅਨ ਦੀ ਗੱਲ ਕੀਤੀ, ਮੈਂ ਉਹਦੇ ਬਾਰੇ 1 ਮਿੰਟ ਲਊਂਗਾ ਤੁਹਾਡਾ, ਕਿਉਂਕਿ ਤੁਸੀਂ ਹੀ ਇਸ਼ੂ ਰੇਜ਼ ਕੀਤਾ। ਮੈਂ ਇਹਦੇ ਪੁਰਾਣੇ ਕਿਰਦਾਰ ਦੀ ਗੱਲ ਕਰੂੰਗਾ ਨਾਲ। ਮੈਂ ਹੁਣੇ ਹੀ ਇੱਕ ਕਿਤਾਬ ਮੇਰੀ ਰਿਲੀਜ਼ ਹੋਈ ਹੈ ਅਤੇ ਉਹਦੇ 'ਚ ਮੈਂ 1992 ਦੀ ਜਿਹੜੀ ਇਲੈਕਸ਼ਨ, ਅਸੈਂਬਲੀ ਇਲੈਕਸ਼ਨ ਬਾਈਕਾਟ ਹੋਈ ਸੀ, ਉਹਦਾ ਜ਼ਿਕਰ ਕੀਤਾ। ਉਹਦੇ ਵਿੱਚ ਇਸ ਯੂਨੀਅਨ ਦਾ ਇੱਕ ਬਹੁਤ ਵੱਡਾ ਰੋਲ ਹੈ ਬਾਈਕਾਟ ਕਰਾਉਣ ਦੇ ਵਿੱਚ। ਲੇਕਿਨ ਗੱਲ ਇਹ ਹੈ ਕਿ ਇਹਨਾਂ ਨੂੰ ਵਰਤਿਆ ਕੀ ਨੇ? ਜਿਹੜੀ ਸਰਕਾਰ ਦੀ ਉਹਦੇ ਵਿੱਚ ਡਾਇਮੈਂਸ਼ਨ ਹੈ ਵੀ ਸਰਕਾਰ ਨੇ ਬਾਈਕਾਟ ਕਰਾਇਆ, ਉੱਥੇ ਗੱਲ ਇਹ ਆ ਰਹੀ ਹੈ ਕਿ ਇਹ ਇੰਸਟਰੂਮੈਂਟ ਸਰਕਾਰ ਦੇ ਸੀ, ਸੋ ਉਸ ਵੇਲੇ ਵੀ ਵਰਤੇ ਗਏ। ਹੁਣ ਵੀ ਜਦੋਂ ਇਹ ਸੰਘਰਸ਼ ਸ਼ੁਰੂ ਹੋਇਆ, ਜੇ ਕਿਸੇ ਯੂਨੀਅਨ ਬਾਰੇ ਲੋਕਾਂ ਨੂੰ ਕੋਈ ਐਪਰੀਹੈਂਸ਼ਨ ਸੀ ਅਤੇ ਉਹ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਹੀ ਸੀ, ਅਤੇ ਉਹ ਐਪਰੀਹੈਂਸ਼ਨ ਇਹਨਾਂ ਨੇ ਪ੍ਰੂਵ ਕਰਤੀ। ਹੁਣ ਗੱਲ ਇਹ ਹੈ ਕਿ ਇਹ ਯੂਨੀਅਨ ਨੇੜੇ ਤਾਂ ਅਕਾਲੀ ਦਲ ਬਾਦਲ ਦੇ ਹੈ। ਲੱਖੋਵਾਲ ਜੀ ਰਹੇ ਚੇਅਰਮੈਨ ਮੰਡੀ ਬੋਰਡ ਦੇ 10 ਸਾਲ, ਉਹ ਤਾਂ ਬਾਦਲ ਸਾਹਿਬ ਨੇ ਲਾਏ ਸੀਗੇ। ਸੋ ਇਸੇ ਕਰਕੇ ਸ਼ਾਮ ਨੂੰ ਫਿਰ ਉਸ ਜਦੋਂ ਇਹ ਰੌਲਾ ਪਿਆ, ਅਕਾਲੀ ਦਲ ਨੇ ਪ੍ਰੈਸ ਨੋਟ ਇਸ਼ੂ ਕੀਤਾ ਵੀ ਸਾਡਾ ਕੋਈ ਰੋਲ ਨਹੀਂ ਇਹਦੇ 'ਚ। ਡੈਮੇਜ ਭਾਵੇਂ ਇਹਨਾਂ ਨੇ ਕੇਸ ਵਿਡਰਾ ਕਰ ਲਿਆ, ਨਾਲ ਡੈਮੇਜ ਤਾਂ ਬਾਦਲ ਹੋ ਗਏ ਨਾ। ਸੋ ਹੁਣ ਇਹ ਲਗਾਤਾਰ ਸ਼ੱਕ ਦੀ ਨਿਗਾਹ ਨਾਲ ਦੇਖੇ ਜਾਣਗੇ। ਇਹ ਮੇਨ ਸੰਘਰਸ਼ 'ਚੋਂ ਇਹਨਾਂ ਦੀ ਲੀਡਰਸ਼ਿਪ ਬਾਹਰ ਹੋ ਗਈ, ਵਰਕਰ ਨਾਲ ਹੋਏਗਾ ਜੀ। ਸੋ ਇਹਨਾਂ ਦਾ ਰੋਲ ਇਸ ਢੰਗ ਨਾਲ ਦੇਖਣਾ ਪਏਗਾ। ਬਾਕੀ ਰਹੀ MSP ਦੀ ਗੱਲ, ਇਸ਼ੂ ਸਿਰਫ MSP ਦਾ ਨਹੀਂ ਹੈ। MSP ਜੇ ਇੰਸ਼ੋਰ ਵੀ ਕਰ ਦਿਓ, ਲੀਗਲੀ ਕਰ ਦਿਓ, ਉਹ ਕੋਈ ਗਰੰਟੀ ਨਹੀਂ
ਕਿ ਪ੍ਰਾਈਵੇਟ ਸੈਕਟਰ ਦੇ ਵਿੱਚ, ਪ੍ਰਾਈਵੇਟ ਮਾਰਕੀਟ ਦੇ ਵਿੱਚ ਕਿਸਾਨਾਂ ਨੂੰ ਉਹ MSP ਮਿਲੇਗੀ, ਕਿਉਂਕਿ ਜਿਹੜਾ ਇਸ ਵੇਲੇ ਦਾ ਐਕਸਪੀਰੀਅੰਸ ਹੈ, ਤੁਸੀਂ ਕੁਆਲਿਟੀ ਕੱਟ ਦੇ ਨਾਂ 'ਤੇ ਕਿਸਾਨ ਨੂੰ ਹਮੇਸ਼ਾ ਹੀ ਐਕਸਪਲੋਇਟ ਕਰ ਸਕਦੇ ਹੈ। ਹੁਣ ਕਪਾਹ ਦੇ ਨਾਲ ਹੋ ਰਿਹਾ, ਕਹਿ ਰਿਹਾ ਵੀ ਕਪਾਹ ਦੀ ਨਮੀ ਜ਼ਿਆਦਾ ਹੈ, ਇਸ ਕਰਕੇ ਕੀਮਤ ਨਹੀਂ ਮਿਲੇਗੀ। ਉਹ ਪ੍ਰਾਈਵੇਟ ਸੈਕਟਰ ਵਾਲੇ, ਕਾਰਪੋਰੇਟਸ ਵਾਲੇ ਕੀਮਤ ਡਿਪਰੈਸ ਕਰ ਦੇਣਗੇ ਕੁਆਲਿਟੀ ਕੰਟਰੋਲ ਦੇ ਬਹਾਨੇ, ਅਤੇ ਕਿਸਾਨ ਐਕਸਪਲੋਇਟ ਹੋਏਗਾ। ਸੋ ਡਰ ਉੱਥੇ ਹੈ। ਗੱਲ ਸਿਰਫ MSP ਦੀ ਕੰਸਟੀਟਿਊਸ਼ਨਲ ਵੈਲਿਡਿਟੀ ਦਾ ਨਹੀਂ ਹੈ। ਕਿਸਾਨ ਦੀ ਟੋਟਲ ਪ੍ਰੋਡਕਸ਼ਨ ਨੂੰ ਵਾਇਬਲ ਤਰੀਕੇ ਨਾਲ ਪਰਚੇਸ ਕਰਨ ਦੀ ਗਰੰਟੀ ਕੌਣ ਅਤੇ ਕਿਵੇਂ ਦੇ ਸਕਦਾ, ਕੋਈ ਗੱਲ ਇਹ ਦੇਖਣ ਵਾਲੀ ਹੈ। ਅਗਲੀ ਗੱਲ ਹੋਰ ਹੈ, ਇੱਕ ਵਰਲਡ ਮਾਰਕੀਟ ਨੂੰ ਡਿਕਟੇਟ ਕਰਦੀ ਹੈ ਤੁਹਾਡੀ ਮਾਰਕੀਟ ਇਕੋਨਮੀ। ਜੋ ਸਿਸਟਮ ਇਹ ਲਾਗੂ ਕਰ ਰਹੇ ਹੈ ਸਾਰਾ, ਇਹ WTO ਤੋਂ ਆ ਰਿਹਾ। ਵਰਲਡ ਬੈਂਕ, WTO, ਉਹ ਲਾਈਨ ਅਪ ਸਾਰਾ ਚੱਲ ਰਿਹਾ। ਓਵਰ ਦੀ ਈਅਰਸ ਹੋ ਰਿਹਾ, ਇੱਕਦਮ ਨਹੀਂ ਹੋਇਆ। ਕੁਛ ਨਾ ਕੁਛ ਲਗਾਤਾਰ ਹੋ ਰਿਹਾ ਸੀ। ਮੇਰੇ ਖਿਆਲ ਦੇ ਵਿੱਚ ਜੇ ਕਾਂਗਰਸ ਪਾਵਰ 'ਚ ਹੁੰਦੀ ਦਿੱਲੀ 'ਚ, ਸ਼ਾਇਦ ਉਹ ਵੀ ਇਹੀ ਐਕਟ ਲੈ ਕੇ ਆਉਂਦੀ, ਕਿਉਂਕਿ ਇਹ ਫਲੋ ਤਾਂ ਉੱਥੋਂ ਕਰ ਰਿਹਾ। ਮੋਦੀ ਜੀ ਮੇਰੇ ਖਿਆਲ ਦੇ ਵਿੱਚ ਉਹੀ ਪਾਲਿਸੀਜ਼ ਇੰਪਲੀਮੈਂਟ ਕਰ ਰਹੇ ਹੈ ਜਿਨ੍ਹਾਂ ਦੀ ਸ਼ੁਰੂਆਤ ਕਿਸੇ ਵੇਲੇ ਡਾਕਟਰ ਮਨਮੋਹਨ ਸਿੰਘ ਨੇ ਐਜ਼ ਫਾਈਨਾਂਸ ਮਿਨਿਸਟਰ 1991 'ਚ ਕੀਤੀ ਸੀ। ਫਰਕ ਕੀ ਹੈ? ਵਰਲਡ ਮਾਰਕੀਟ ਫੋਰਸਿਸ ਦੀ ਜਿਹੜੀ ਆਈਡੀਓਲੋਜੀ ਹੈ, ਉਹਨੂੰ ਮੋਦੀ ਜੀ ਬਹੁਤ ਐਫੀਸ਼ੀਐਂਟਲੀ ਇੰਪਲੀਮੈਂਟ ਕਰ ਰਹੇ ਹੈ। ਕਾਂਗਰਸ ਅਤੇ BJP 'ਚ ਫਰਕ ਸਿਰਫ ਇੰਨਾ ਹੀ ਹੈ, ਇਕਨੋਮਿਕ ਪਾਲਿਸੀਜ਼ ਉਹੀ ਹੈਗੀਆਂ। ਸੋ ਜੇ ਸਾਰਾ ਕੁਛ ਉੱਥੇ ਬੱਝਿਆ ਹੋਇਆ ਹੈ, ਇਹ ਹੁਣ ਦੇਖਣਾ ਹੈ ਕਿ ਇਹ ਪੰਜਾਬ ਅਤੇ ਹਰਿਆਣਾ ਨੂੰ ਇਹਦੇ ਵਿੱਚੋਂ ਕਿਸ ਢੰਗ ਨਾਲ ਰਿਲੀਫ ਦਿੰਦੇ ਆ। ਮੈਨੂੰ ਹਜੇ ਨਜ਼ਰ ਨਹੀਂ ਆ ਰਿਹਾ ਕੁਛ ਵੀ। ਸਰ, ਉਹਦੇ 'ਚ ਇੱਕ ਗੱਲ ਹੋਰ ਵੀ ਆ ਰਹੀ ਹੈ, ਜਿਹੜੀ ਕੰਟਰੈਕਟ ਫਾਰਮਿੰਗ ਵਾਲੀ ਗੱਲ ਹੋ ਰਹੀ ਹੈ, ਜਾਂ ਮੰਡੀ ਬੋਰਡ, ਜਿਹੜਾ ਮੰਡੀ ਸਿਸਟਮ ਹੈਗਾ ਉਹਨੂੰ ਖਤਮ ਕਰਨ ਦੀ ਜਿੱਥੇ ਗੱਲ ਆ ਰਹੀ ਹੈ, ਉੱਥੇ ਇੱਕ ਫੀ ਸਟਰਕਚਰ ਹੁੰਦਾ ਸੀ ਜਿਹੜਾ ਉੱਥੇ ਦਿੱਤਾ ਜਾਂਦਾ ਸੀਗਾ, ਔਰ ਉਹ ਜਿਹੜਾ ਲੇਵੀ ਹੁੰਦਾ ਸੀ, ਫੀ ਸਟਰਕਚਰ, ਫੀ ਜਿਹੜੀ ਦਿੱਤੀ ਜਾਂਦੀ ਸੀਗੀ, ਮਾਰਕੀਟ ਫੀਸ ਜਿਹੜੀ ਹੁੰਦੀ ਸੀ, ਉਹ ਫਿਰ ਸੜਕਾਂ ਲਈ ਅਤੇ ਹੋਰ ਰੈਵਨਿਊ ਬਣਦਾ ਸੀ, ਅਤੇ ਜਿਹੜਾ ਸਾਰਾ ਕੁਛ ਹੁੰਦਾ ਸੀਗਾ। ਹੁਣ ਉਹਦੀ ਜਿਹੜੀ, ਹੁਣ ਜੇ ਕਿਤੇ ਪ੍ਰਾਈਵੇਟ ਪਲੇਅਰ ਆਉਂਦਾ ਹੈ ਔਰ ਉਹ ਕਹਿ ਦਿੰਦਾ ਹੈ ਜੀ ਮੈਨੂੰ ਪੀਣਾ ਇੱਥੇ ਨਹੀਂ ਕਰਨਾ, ਵੀਟ ਲੈ ਲਈ ਮੈਂ, ਜਾਂ ਮੈਂ ਸ਼ੈਲਰ ਮੈਂ ਇੱਥੇ ਨਹੀਂ ਕਰਨੇ, ਮੈਂ ਤਾਂ ਅਹਿਮਦਾਬਾਦ ਜਾਂ ਬੜੌਦਾ ਜਾਂ ਬੈਂਗਲੌਰ ਲਾਵਾਂਗਾ। ਉਹ ਉੱਥੋਂ ਟਰਾਲੇ ਟਰੈਕਟਰ ਭਰ ਭਰ ਕੇ ਲੈ ਕੇ ਜਾਏਗਾ, ਉਹ ਉੱਥੋਂ ਵਾਪਸ ਲੈ ਕੇ ਆਏਗਾ। ਫਿਰ ਸਾਨੂੰ ਉਹੀ ਚੀਜ਼ ਜਿਹੜੀ ਸ਼ਾਇਦ 27-28 ਰੁਪਏ ਅਸੀਂ ਇੱਥੇ ਇਸ ਟਾਈਮ ਆਟਾ ਖਾ ਰਹੇ ਹਾਂ, ਜਦੋਂ ਉਨੀ ਦੂਰੋਂ ਪੈਕੇਜਿੰਗ ਹੋ ਕੇ ਆਏਗੀ ਤਾਂ ਉਹ ਤਾਂ ਸਾਨੂੰ 60 ਤੋਂ 70 ਰੁਪਏ ਵੀ ਪੈ ਸਕਦੀ ਹੈ। ਡੈਫੀਨੇਟਲੀ ਟਰਾਂਸਪੋਰਟ ਚਾਰਜਿਸ ਵੀ ਹੈ ਵਿੱਚ, ਹੋਰ ਵੀ ਸਾਰਾ ਕੁਛ ਹੈ। ਕਹੇਗਾ ਜਿਵੇਂ ਜ਼ਿਆਦਾ ਰਿਫਾਈਨਡ ਤਰੀਕੇ ਨਾਲ ਗਲਵਜ਼ ਪਾ ਕੇ ਮੈਂ ਆਟਾ ਪੀਆ ਉੱਥੇ ਜਾ ਕੇ, ਉਰੇ ਵਾਲੀਆਂ ਚੱਕੀਆਂ ਨਹੀਂ ਮੈਂ ਯੂਜ਼ ਕਰਦਾ, ਉਰੇ ਵਾਲਾ ਪੀਣਾ ਨਹੀਂ ਮੈਂ ਕਰਦਾ। ਉਹ ਸਾਰੀਆਂ ਚੀਜ਼ਾਂ ਵਿੱਚ ਹੋਣਗੀਆਂ। ਤੁਹਾਨੂੰ ਯਾਦ ਨਹੀਂ ਆਉਂਦਾ ਅੰਗਰੇਜ਼ਾਂ ਦਾ ਉਹ ਟਾਈਮ ਜਿਹੜਾ ਉਹ ਕਪਾਹ ਲੈ ਗਏ ਸੀ, ਤਾਂ ਫਿਰ ਸਾਨੂੰ ਕਪਾਹ ਵੀ ਕਿਵੇਂ ਦੇ ਕੇ ਗਏ ਸੀ? ਮੈਨੂੰ ਦੱਸਣ ਦੀ ਲੋੜ ਨਹੀਂ, ਹਿਸਟਰੀ ਉਹਦੀ ਗਵਾਹ ਹੈ। ਮੈਂ ਇੱਕ ਗੱਲ ਕਿਹਾ ਕਰਦਾ ਕਾਫੀ ਦਿਨਾਂ ਤੋਂ, ਮੈਂ ਜਦੋਂ ਇਸ ਪ੍ਰੋਫੈਸ਼ਨ 'ਚ ਐਕਟਿਵ ਸੀ ਉਦੋਂ ਵੀ ਕਦੇ ਸਰਕਾਰ ਦੇ ਲੋਕਾਂ ਨਾਲ ਗੱਲ ਹੁੰਦੀ ਸੀ। ਮੈਂ ਇੱਕ ਸਿੰਪਲ ਜਿਹਾ ਸਵਾਲ ਪੋਜ਼ ਕੀਤਾ ਸੀ ਵੀ ਕਾਰਗਿਲ ਕੰਪਨੀ ਤੁਹਾਡੀ ਕਣਕ ਖਰੀਦ ਕੇ ਆਟਾ ਪੀ ਕੇ ਸਾਡੇ ਹੀ ਲੋਕਾਂ ਨੂੰ ਡਬਲ ਕੀਮਤ 'ਤੇ, ਡਬਲ ਤੋਂ ਜ਼ਿਆਦਾ 'ਤੇ ਵੇਚ ਰਹੀ ਹੈ, ਅਤੇ ਕਿਸੇ ਕੋਲ ਇਹਦਾ ਜਵਾਬ ਨਹੀਂ ਹੈ ਬਈ ਇਹ ਕੀ ਹੋ ਰਿਹਾ। ਮੱਕੀ ਦੀ ਇੱਕ ਛੱਲੀ ਦੀ ਲੈ ਲਓ ਦਾਣੇ, ਉਹ ਕਿੰਨੇ ਦੇ 100 ਰੁਪਏ 'ਤੇ ਵਿਕਦੇ ਆ ਕੇ। ਛੱਲੀ ਦੀ ਕੀਮਤ ਕਿੰਨੀ ਹੈ? ਜਿਹਨੂੰ ਪ੍ਰੋਸੈਸਿੰਗ ਕਹਿ ਦਿੰਦੇ ਆ, ਤੁਹਾਡੇ ਚਿਪਸ ਅਤੇ ਇਹ ਅਤੇ ਬਹੁਤ ਸਾਰੀਆਂ ਮਲਟੀਨੈਸ਼ਨਲ ਕਿੰਨੀ ਵੱਡੀ ਕਮਾਈ ਕਰ ਰਹੀਆਂ ਹੈ। ਤੁਹਾਡੇ ਸਟੇਟ ਦਾ ਨੁਮਾਇੰਦਾ ਕੇਂਦਰ ਦੇ ਵਿੱਚ ਫੂਡ ਪ੍ਰੋਸੈਸਿੰਗ ਮੰਤਰੀ ਰਿਹਾ ਹੋਵੇ, ਤੁਸੀਂ ਇੱਥੇ ਪ੍ਰੋਸੈਸਿੰਗ ਕਿਉਂ ਨਹੀਂ ਸ਼ੁਰੂ ਕਰ ਸਕਦੇ ਸੀਗੇ? ਅਸੀਂ ਇਕੱਲੀ ਕਣਕ, ਰਾਹ ਕਣਕ ਕਿਉਂ ਐਕਸਪੋਰਟ ਆਪ ਦੂਜੇ ਸਟੇਟਸ ਨੂੰ ਭੇਜੀਏ? ਤੁਸੀਂ ਇਹਨੂੰ ਪ੍ਰੋਸੈਸ ਕਰਕੇ ਇਹਦੀ ਮਾਰਕੀਟਿੰਗ ਕਿਉਂ ਨਹੀਂ ਕਰ ਸਕਦੇ? ਹੁਣ ਜਦੋਂ ਇਹ ਗੱਲ ਆਉਂਦੀ ਹੈ ਕਿਸਾਨ ਆਪਣੀ ਕੀਮਤ ਆਪ ਡਿਕਟੇਟ ਕਰੇ, ਉਹ ਪੋਸੀਬਲ ਨਹੀਂ ਇਸੇ ਕਰਕੇ। ਜਾਂ ਤਾਂ ਪੰਜਾਬ ਸਰਕਾਰ ਸਾਰੀ ਕਣਕ ਖਰੀਦ ਦੇ, ਪੈਸਾ ਤਾਂ ਰਿਜ਼ਰਵ ਬੈਂਕ ਤੋਂ ਆ ਰਿਹਾ, ਸਟੇਟ ਲੈ ਲਵੇ ਨਾ ਇੱਕ ਵਾਰੀ। ਇਹ ਕੇਂਦਰ ਨੂੰ ਕਹਿ ਦੇਣ ਵੀ ਅਸੀਂ ਨਹੀਂ ਤੁਹਾਡੇ ਕੋਲ ਪੈਸੇ ਲੈਂਦੇ। ਦੂਸਰਾ ਐਸਪੈਕਟ ਇਹਦਾ ਕਿ ਪਾਕਿਸਤਾਨ ਦੀ ਬਾਰਡਰ ਖੋਲ੍ਹੀ ਜਾਏ, ਸੈਂਟਰਲ ਏਸ਼ੀਆ ਤੱਕ ਇਹ ਮਾਰਕੀਟ ਓਪਨ ਕੀਤੀ ਜਾਏ। ਜਿਹੜਾ ਹਿੰਦੁਸਤਾਨ ਦਾ ਕਾਰਪੋਰੇਟ ਹੈ ਉਹ ਇਹ ਬਾਰਡਰ ਨਹੀਂ ਖੋਲ੍ਹਣ ਦੇ ਰਿਹਾ। ਇੱਥੇ ਗੱਲ ਫਸੀ ਹੋਈ ਆ ਕਿ ਜਿਹੜੀ ਅਸਲੀ ਸਮੱਸਿਆ ਪੰਜਾਬ ਦੀ ਹੈ ਨਾ, ਉਹ ਸਿਰਫ MSP ਨਹੀਂ ਹੈ। ਜੇ ਇਹ ਬਾਰਡਰ ਖੁੱਲ੍ਹ ਜਾਂਦੀ ਹੈ, ਪੰਜਾਬ ਦੀ ਇਕੋਨਮੀ ਇੱਕਦਮ ਮਲਟੀਪਲਾਈ ਹੁੰਦੀ ਹੈ, ਅਤੇ ਫਿਰ ਜਿਹੜਾ ਇੱਥੇ ਪ੍ਰਾਈਸ ਸਟਰਕਚਰ ਹੈ
ਉਹ ਹਿੰਦੁਸਤਾਨ ਦਾ ਕਾਰਪੋਰੇਟ ਡਿਕਟੇਟ ਨਹੀਂ ਕਰ ਸਕੇਗਾ। ਇਹ ਸਮੱਸਿਆ ਇੱਥੇ ਆਉਂਦੀ ਹੈ। ਇਸ ਕਰਕੇ ਟੈਨਸ਼ਨ ਦੇ ਨਾਂ 'ਤੇ ਇਹ ਬਾਰਡਰ ਤੋਂ ਟਰੇਡ ਹਮੇਸ਼ਾ ਹੀ ਘੱਟ ਰਹੇਗਾ, ਜਦ ਕਿ ਸਾਰਕ ਦੇ ਐਗਰੀਮੈਂਟ ਦੇ ਅੰਡਰ ਇਹ ਬਾਰਡਰ ਕਈ ਸਾਲ ਪਹਿਲਾਂ ਖੁੱਲ੍ਹ ਜਾਣੀ ਚਾਹੀਦੀ ਹੈ, ਫ੍ਰੀ ਟਰੇਡ ਹੋਣੀ ਚਾਹੀਦੀ ਸੀਗੀ। ਇਸ ਵੇਲੇ ਸਾਰੀ ਟਰੇਡ ਜਿੰਨੀ ਪਾਕਿਸਤਾਨ ਨਾਲ ਹੈ ਉਹ ਬੰਬੇ ਤੋਂ ਹੋ ਰਹੀ ਹੈ। ਕੱਲ੍ਹ ਨੂੰ ਤੁਸੀਂ ਵਾਹਗਾ ਖੋਲ੍ਹ ਦਿਓ, ਬੰਬੇ ਦੀ ਪੋਰਟ ਅੱਧੀ ਰਹਿ ਜਾਏਗੀ। ਉੱਥੇ ਬਹੁਤ ਸਟਰੋਂਗ ਲੌਬੀ ਬੈਠੀ ਹੈ। ਸਾਡੀ ਪੰਜਾਬ ਸਰਕਾਰ ਜਾਂ ਇਹ ਏਰੀਆ, ਇੱਥੇ ਲੌਬੀ ਇਸ ਗੱਲ ਦੀ ਨਹੀਂ ਹੈ। ਇਹ ਡਰ ਜਾਂਦੇ ਹੈ ਕਿ ਜੇ ਅਸੀਂ ਬਾਰਡਰ ਖੋਲ੍ਹਣ ਦਾ ਨਾਂ ਲਵਾਂਗੇ, ਪਾਕਿਸਤਾਨ ਕਰਕੇ ਅਸੀਂ ਐਂਟੀ ਨੈਸ਼ਨਲ ਨਾ ਖੁਆਈ ਜਾਈਏ। ਸਾਡੇ ਕੋਲ ਹੋਰ ਕੋਈ ਤਰੀਕਾ ਹੈ ਹੀ ਨਹੀਂ ਬਾਰਡਰ ਖੋਲ੍ਹਣ ਤੋਂ ਬਿਨਾਂ। ਜੇ ਪੰਜਾਬ ਦੀ ਇਕਾਨਮੀ ਨੂੰ, ਖੇਤੀ ਨੂੰ ਬਚਾਉਣਾ ਹੈ, ਇਹ ਬਾਰਡਰ ਖੋਲ੍ਹੀ ਜਾਵੇ। ਸਰ ਇੱਕ ਜਿਹੜੀ ਦੂਸਰੀ ਇੱਕ ਹੋਰ ਗੱਲ, ਦੋ ਕੁ ਗੱਲਾਂ ਆ ਰਹੀਆਂ ਵਿੱਚ, ਮੈਂ ਤੁਹਾਨੂੰ ਦੋ ਸਵਾਲ ਲਾਂਗੀ ਇਹਦੇ ਵਿੱਚ। ਇੱਕ ਤਾਂ ਰਿਲਾਇੰਸ ਦੇ ਜਿਹੜੇ ਪੈਟਰੋਲ ਪੰਪਸ ਨੇ ਉਹਨਾਂ 'ਤੇ ਕਿਤੇ ਕਿਤੇ ਜਿਹੜਾ ਕਿਸਾਨ ਨੇ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ, ਜਾਂ ਜਿਹੜੇ ਰਿਲਾਇੰਸ ਦੇ ਜਿਹੜੇ ਸੁਪਰ ਸਟੋਰਸ ਨੇ ਉਹਨਾਂ ਨੂੰ ਵੀ ਕਿਤੇ ਕਿਤੇ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ। ਇੱਕ ਕੋਸ਼ਿਸ਼ ਕਰ ਰਹੇ ਹੋ ਅਡਾਨੀਆਂ ਅੰਬਾਨੀਆਂ ਨੂੰ ਪਿੱਛੇ ਧਕੇਲਣ ਦੀ ਆਪਣੇ ਇੱਕ ਤਰੀਕੇ ਦੇ ਨਾਲ, ਇਹ ਵੀ ਇੱਕ ਪ੍ਰੋਟੈਸਟ ਦਾ ਹਿੱਸਾ ਹੈਗਾ। ਇੱਕ ਤਾਂ ਇਹ ਗੱਲ। ਦੂਜੇ ਪਾਸੇ ਆਮ ਆਦਮੀ ਪਾਰਟੀ ਬਾਰ-ਬਾਰ ਇੱਕ ਗੱਲ 'ਤੇ ਸਟ੍ਰੈਸ ਦੇ ਰਹੀ ਹੈ ਕਿ ਜਿਹੜਾ ਗ੍ਰਾਮ ਸਭਾ ਵਾਲਾ ਇੱਕ ਸਿਸਟਮ ਹੈਗਾ ਸਾਡੇ ਬਹੁਤ ਜ਼ਿਆਦਾ, ਉਹ ਬਹੁਤ ਹੀ ਜ਼ਿਆਦਾ ਪੱਕਾ ਸਿਸਟਮ ਹੈ, ਬਹੁਤ ਵਧੀਆ ਸਿਸਟਮ ਹੈ, ਔਰ ਉਹਨੂੰ ਜ਼ਰੂਰ ਮਤਲਬ ਕਿ ਇਸ ਟਾਈਮ ਜਿਹੜਾ ਉਹਦੇ ਤੋਂ ਕੰਮ ਲੈਣਾ ਚਾਹੀਦਾ ਹੈ, ਉਹਨੂੰ ਵਰਕਿੰਗ 'ਚ ਲੈ ਕੇ ਆਉਣਾ ਚਾਹੀਦਾ ਹੈ। ਔਰ ਉਹ ਇੱਕ ਮੁਹਿੰਮ ਚਲਾ ਰਹੇ ਨੇ ਹਸਤਾਖਰ ਕਰਾਉਣ ਦੀ, ਕੋਈ ਸਿਗਨੇਚਰਸ ਦੀ, ਜਿਹੜੀ ਕਿ ਵੱਡੇ ਤਰੀਕੇ ਦੇ ਨਾਲ, ਤਾਂ ਕਿ ਉਹ ਪ੍ਰੂਫ ਕਰ ਸਕਣ। ਕੱਲ੍ਹ ਨੂੰ ਜੇ ਕਿਤੇ ਗੱਲ ਹੁੰਦੀ ਹੈ, ਉਠਾਈ ਜਾਂਦੀ ਹੈ, ਸੁਪਰੀਮ ਕੋਰਟ 'ਚ ਕਿਤੇ ਕੇਸ ਲੱਗਦਾ ਹੈ, ਜਾਂ ਹੋਰ ਤਰੀਕੇ ਦੇ ਨਾਲ, ਕਿ ਦੇਖੋ ਇੰਨੇ ਲੋਕ ਨੇ ਜਿਹੜੇ ਕਿ ਇਸ ਕਾਨੂੰਨਾਂ ਨੂੰ ਰੱਦ ਕਰਾਉਣਾ ਚਾਹੁੰਦੇ ਨੇ। ਅਤੇ ਤੁਹਾਨੂੰ ਲੱਗਦਾ ਹੈ ਵੀ ਇਹ ਇੱਦਾਂ ਦੇ ਜਿਹੜੇ ਹੈ ਦੋ ਖਾਸ ਕਰਕੇ ਚੀਜ਼ਾਂ ਨੇ, ਕਿਉਂਕਿ ਇੱਕ ਤਾਂ ਵੱਡੀ ਗੱਲ ਹੈ ਕਿ ਕਿਸਾਨ ਜਿਹੜਾ ਸੰਘਰਸ਼ ਕਰਕੇ ਰਿਲਾਇੰਸ ਵੱਡੇ ਜਿਹੜੇ ਇਸ ਟਾਈਮ ਸਭ ਤੋਂ ਵੱਡਾ ਕਾਰਪੋਰੇਟ ਸੈਕਟਰ ਹੈਗਾ, ਉਹਦੇ ਨਾਲ ਆਡਾ ਲੈਣ ਵਾਲਾ ਹੀ ਕੰਮ ਕਰ ਰਿਹਾ ਸਿੱਧਾ ਸਿੱਧਾ। ਔਰ ਦੂਜੇ ਪਾਸੇ ਆਮ ਆਦਮੀ ਪਾਰਟੀ ਪੰਜਾਬ ਦਾ ਜਿਹੜਾ ਮਤਲਬ ਕਿ ਇੱਕ ਪਾਰਟੀ ਇੱਥੇ ਜਿਹੜੀ ਹੈਗੀ ਇਹਨਾਂ ਦਾ ਵਿੰਗ ਹੈਗਾ, ਉਹ ਗ੍ਰਾਮ ਸਭਾਵਾਂ ਜਿਹੜੀ ਕਿ ਸਾਡੀ ਬਿਲਕੁਲ ਬੇਸਿਕ ਸਟਰਕਚਰ ਹੈਗਾ ਡੈਮੋਕਰੇਸੀ ਦਾ, ਉਹਨੂੰ ਇਸਤੇਮਾਲ ਕਰਨ ਦੀ ਗੱਲ ਕਰੀਏ। ਤੁਹਾਨੂੰ ਲੱਗਦਾ ਹੈ ਕਿਤੇ ਨਾ ਕਿਤੇ ਸ਼ਾਇਦ ਕਿਤੇ ਕੰਮ ਕਰ ਸਕਣਗੇ? ਜਿਹੜੀ ਪਹਿਲੀ ਗੱਲ ਹੈ ਕਿ ਅਡਾਨੀ ਅਤੇ ਅੰਬਾਨੀ ਦਾ ਬਾਈਕਾਟ, ਉਹ ਸਿੰਬੋਲਿਕ ਹੈ ਬੇਸਿਕਲੀ, ਕਿ ਮਾਰਕੀਟ ਜੋ ਫ੍ਰੀ ਮਾਰਕੀਟ ਇਕੋਨਮੀ ਹੋਵੇ, ਉਹਦੇ 'ਚ ਤੁਸੀਂ ਇਨ ਆਈਸੋਲੇਸ਼ਨ ਤਾਂ ਰਹਿ ਹੀ ਨਹੀਂ ਸਕਦੇ। ਮੇਰੇ ਘਰ ਜਿਹੜੀ ਪਾਈਪਡ ਗੈਸ ਆ ਰਹੀ ਹੈ ਉਹ ਅਡਾਨੀ ਦੀ ਆ ਰਹੀ ਹੈ। ਕੀ ਮੈਂ ਆਪਣੀ ਗੈਸ ਬੰਦ ਕਰ ਸਕਦਾ? ਪੰਜਾਬ ਦੇ ਹੋਰ ਸ਼ਹਿਰਾਂ ਦੇ ਵਿੱਚ ਵੀ ਸਾਰਾ ਇਹ ਜਿਹੜਾ ਕੰਟਰੈਕਟ ਹੈ ਉਹ ਅਡਾਨੀ ਕੋਲ ਹੈ। ਕੀ ਅਸੀਂ ਉਹਨਾਂ ਦਾ ਬਾਈਕਾਟ ਕਰ ਸਕਦੇ ਹਾਂ? ਇਸ ਕਰਕੇ ਇਹ ਸਿੰਬੋਲਿਕ ਹੈ। ਤੁਸੀਂ ਆਪਣੇ ਆਪ ਨੂੰ ਮਾਰਕੀਟ ਦੇ ਨਾਲੋਂ ਨਹੀਂ ਕੱਟ ਸਕਦੇ। ਜੇ ਤੁਸੀਂ ਜੀਓ ਦੇ ਸਿਮ ਸਾੜਨੇ ਹੈ ਅਤੇ ਉਹ ਦੂਸਰੀ ਕੰਪਨੀ ਦੇ ਸਿਮ ਲੈ ਲਓਗੇ, ਉਹ ਵੀ ਤਾਂ ਕਾਰਪੋਰੇਟ ਹੈ ਨਾ, ਅਤੇ ਦੋਵਾਂ 'ਚ ਫਰਕ ਤਾਂ ਕੋਈ ਨਹੀਂ। ਸੋ ਇਹ ਲੜਾਈ ਇਸ ਤਰ੍ਹਾਂ ਨਹੀਂ ਲੜੀ ਜਾਂਦੀ ਉਹਦੀ ਕਿ ਅਸੀਂ ਇਹ ਪੈਟਰੋਲ ਪੰਪ ਨਹੀਂ ਚੱਲਣ ਦੇਣੇ। ਕਈ ਵਾਰੀ ਹੁੰਦਾ ਕਿ ਦੂਸਰੀ ਕਾਰਪੋਰੇਟ ਕੰਪਨੀ ਕੋਈ ਇਸ ਚੀਜ਼ ਦਾ ਫਾਇਦਾ ਉਠਾ ਕੇ ਆਪਣਾ ਕੰਮ ਕਰ ਜਾਂਦੀ ਹੈ, ਹੋ ਜਾਂਦੀ ਹੈ। ਸੋ ਜਦੋਂ ਫ੍ਰੀ ਮਾਰਕੀਟ ਇਕਾਨਮੀ ਹੋਵੇ ਤਾਂ ਕੋਈ ਵੀ ਸਟੇਟ ਜਾਂ ਪਿੰਡ ਜਾਂ ਸ਼ਹਿਰ ਇਨ ਆਈਸੋਲੇਸ਼ਨ ਨਹੀਂ ਚੱਲ ਸਕਦਾ। ਸੋ ਇਹ ਮੈਂ ਇਸ ਗੱਲ ਨਾਲ ਕੋਈ ਬਹੁਤਾ ਸਹਿਮਤ ਨਹੀਂ। ਸਿੰਬੋਲਿਕ ਫਾਈਟ ਠੀਕ ਹੈ, ਹੋਣੀ ਚਾਹੀਦੀ ਹੈ। ਦੂਸਰੀ ਤੁਹਾਡੀ ਗੱਲ ਰਹੀ ਗ੍ਰਾਮ ਪੰਚਾਇਤ ਦੀ। ਪ੍ਰੈਸ਼ਰ ਪਾਉਣ ਵਾਸਤੇ ਇਹ ਤਰੀਕਾ ਠੀਕ ਹੈ। ਸਾਰੀਆਂ ਗ੍ਰਾਮ ਸਭਾਵਾਂ ਤੋਂ ਰਿਜੈਕਟ ਕਰਾਓ ਅਤੇ ਉਸ ਤੋਂ ਅੱਗੇ ਵੀ ਚੱਲੋ। ਗੱਲ ਸਿਰਫ ਇੰਨੀ ਕੁ ਨਹੀਂ ਹੈ, ਜਦੋਂ ਅਸੀਂ ਗ੍ਰਾਮ ਸਭਾਵਾਂ ਨੂੰ ਇਨਵਾਲਵ ਕਰਦੇ ਹਾਂ, ਫਿਰ ਜਿੰਨਾ ਪੰਚਾਇਤ ਸਿਸਟਮ ਹੈ, ਜਿਹੜੇ ਅਸੀਂ ਕਦੇ ਅਧਿਕਾਰ ਦੇਣਾ ਚਾਹੁੰਦੇ ਹੀ ਨਹੀਂ ਸੀ ਲੋਕਲ ਬਾਡੀਜ਼ ਨੂੰ, ਜਦੋਂ ਇਹ ਅਮੈਂਡਮੈਂਟ ਆਈ ਸੀਗੀ ਪੰਚਾਇਤ ਰਾਜ ਵਾਲੀ ਅਤੇ ਲੋਕਲ ਬਾਡੀਜ਼ ਵਾਲੀ, ਕਿ ਅਸੀਂ ਉਹਨਾਂ ਨੂੰ ਹੁਣ ਤੱਕ ਪੂਰੇ ਰਾਈਟ ਦਿੱਤੇ। ਉਹ ਤਾਂ 29 ਡਿਪਾਰਟਮੈਂਟ ਅਸੀਂ ਸ਼ਿਫਟ ਟਰਾਂਸਫਰ ਕਰਨੇ ਸੀ ਪੰਚਾਇਤਾਂ ਨੂੰ, ਉਹ ਤਾਂ ਅਸੀਂ ਕੀਤਾ ਨਹੀਂ। ਜਿਹੜੀ ਸਾਨੂੰ ਲੋੜ ਹੁੰਦੀ ਹੈ ਅਸੀਂ ਉਹਦੇ ਵੱਲ ਦੇਖਦੇ ਹਾਂ, ਬਈ ਆਹ ਜੀ ਗ੍ਰਾਮ ਸਭਾਵਾਂ ਤੋਂ ਕਰਾ ਲਓ। ਜੇ ਉਹਨਾਂ ਨੂੰ ਇੰਪਾਵਰ ਕਰਨਾ ਤਾਂ ਅੰਡਰ ਦੀ ਐਕਟ ਇੰਨੀਆਂ ਪਾਵਰਸ ਮਿਲ ਸਕਦੀਆਂ ਕਿ ਇਹ ਕੰਪੇਨ ਚਲਾਉਣ ਦੀ ਲੋੜ ਨਹੀਂ ਸੀਗੀ। ਪਹਿਲਾਂ ਪੰਚਾਇਤਾਂ ਨੂੰ ਪਾਵਰ ਕਰੋ, ਗ੍ਰਾਮ ਸਭਾਵਾਂ ਨੂੰ ਇੰਪਾਵਰਮੈਂਟ ਦਿਓ,
ਮੂਵ ਠੀਕ ਆ ਆਪਣੇ ਆਪ ਦੇ ਵਿੱਚ, ਲੇਕਿਨ ਇੱਕ ਖਾਸ ਪਰਟੀਕੂਲਰ ਪਰਪਸ ਤੋਂ ਚਲੋ ਸ਼ੁਰੂ ਕਰ ਲਿਆ, ਚੰਗੀ ਗੱਲ ਹੈ। ਇਹਨੂੰ ਬ੍ਰੌਡ ਬੇਸ ਕਰੋ, ਸਾਰੀ ਪਾਵਰ ਉਹਨਾਂ ਨੂੰ ਦਿਓ। ਸਿਸਟਮ ਤਾਂ ਗਰਾਊਂਡ ਰੂਟਸ 'ਤੇ ਆਵੇ ਨਾ ਫੰਕਸ਼ਨ ਕਰਨ ਵਾਸਤੇ, ਅਤੇ ਉਹਦੇ ਨਾਲ ਡੈਮੋਕ੍ਰੇਸੀ ਸਟਰੈਂਥਨ ਹੁੰਦੀ ਹੈ। ਸੋ ਇਹ ਮੇਰੇ ਖਿਆਲ 'ਚ ਹੋਣਾ ਚਾਹੀਦਾ। ਸਰ, ਇੱਕ ਹੋਰ ਮੁੱਦਾ ਮੈਂ ਜ਼ਿਕਰ ਕੀਤਾ ਸੀ ਆਪਣੀ ਇੰਟਰੋਡਕਸ਼ਨ ਦੇ ਵਿੱਚ, ਜਿਹੜਾ ਪੋਸਟ ਮੈਟ੍ਰਿਕ ਜਿਹੜਾ ਹੈਗਾ ਸਕਾਲਰਸ਼ਿਪ ਜਿਹੜੀ ਹੈਗੀ ਹੈ SC ST ਦੀ, ਇਹ ਵੀ ਨਾਲ ਰਿਲੇਟ ਇਸ ਕਰਕੇ ਮੈਂ ਡਿਫਰੈਂਟ ਤਰੀਕੇ ਨਾਲ ਕਰਨਾ ਚਾਹਾਂਗੀ ਕਿ ਜਿਹੜੀ ਜੇ ਆਪਾਂ ਕਿਸਾਨਾਂ ਦੀ ਗੱਲ ਕਰੀਏ, ਕਿਸਾਨਾਂ ਦੇ ਗੱਲ 'ਤੇ ਫਾਰਮਰਸ ਜਿਹੜੀ ਐਜੀਟੇਸ਼ਨ ਹੈ ਉਹਨੂੰ ਲੈ ਕੇ ਤਾਂ BJP ਡੈਫੀਨੇਟਲੀ ਨਹੀਂ ਬੋਲ ਹੀ ਨਹੀਂ ਸਕਦੀ, ਕਿਉਂਕਿ ਉਹਨਾਂ ਦਾ ਤਾਂ ਐਕਟ ਆਪਣਾ ਲੈ ਕੇ ਆਂਦਾ ਹੋਇਆ ਉਹਨਾਂ ਦੀ ਮੌਜੂਦਾ ਸਰਕਾਰ ਦੇ ਵਿੱਚ। ਪਰ ਇਸ ਪਰਟੀਕੂਲਰ ਗੱਲ 'ਤੇ ਉਹ ਉੱਠ ਕੇ ਆਪਣਾ ਮੁਜ਼ਾਹਰਾ ਕਰਨ ਆ ਰਹੇ ਹੈ। ਉਹਨਾਂ ਦੇ ਵਿੰਗ ਨੇ ਵੀ ਮਤਲਬ ਕਿ ਪੂਰੀ ਤਰ੍ਹਾਂ ਪ੍ਰੋਟੈਸਟ 'ਚ ਸ਼ਾਮਲ ਹੋਣ ਦੀ ਗੱਲ ਕੀਤੀ ਹੈ ਜਾਂ ਇਹਦਾ ਕੋਗਨੀਜੈਂਸ ਲਿਆ ਹੈਗਾ। ਅਤੇ ਦੇਖੋ ਕਿੰਨੀ ਡਿਫਰੈਂਟ ਚੀਜ਼ਾਂ ਨੇ, ਕਿਸ ਤਰੀਕੇ ਨਾਲ ਕਰ ਰਹੀਆਂ ਤੁਸੀਂ। ਜੇ ਆਪਾਂ ਸਕਾਲਰਸ਼ਿਪ ਵਾਲੀ ਗੱਲ ਨੂੰ ਦੇਖੀਏ ਅਤੇ ਕਿਸਾਨਾਂ ਵਾਲੀ ਗੱਲ ਨੂੰ ਦੇਖੀਏ, ਅਤੇ ਸਾਰੀਆਂ ਪੋਲੀਟੀਕਲ ਪਾਰਟੀਜ਼, ਚਾਹੇ ਉਹ ਆਮ ਆਦਮੀ ਪਾਰਟੀ ਹੈ, ਚਾਹੇ ਉਹ ਕਾਂਗਰਸ ਹੈ, ਚਾਹੇ ਉਹ ਤੁਹਾਡੀ ਅਕਾਲੀ ਦਲ ਹੈਗੀ ਹੈ, ਇਹਨਾਂ ਦੇ ਤੁਸੀਂ ਕਿਸ ਤਰੀਕੇ ਦੀ ਇਸ ਟਾਈਮ ਰੂਪ ਰੇਖਾ ਦੇਖ ਰਹੇ ਹੋ? ਕਿਉਂਕਿ ਆਪਾਂ ਪੰਜਾਬ ਨੂੰ ਬੇਸ ਕਰਕੇ ਮੈਂ ਤੁਹਾਡੀ ਜਿਹੜਾ ਨਜ਼ਰੀਆ ਚਾਹਾਂਗੀ। ਮੈਂ ਪਹਿਲਾਂ ਤਾਂ ਜਿਹੜਾ ਸਪੈਸੀਫਿਕ ਇਸ਼ੂ ਹੈ ਸਕਾਲਰਸ਼ਿਪ ਆਪਣੇ ਆਪ ਦੇ ਵਿੱਚ, ਜਿਹੜੇ ਗਰੀਬ ਸੈਕਸ਼ਨਸ ਹੈਗੇ ਉਹਨਾਂ ਨੂੰ ਡਿਨਾਈ ਕਿਉਂ ਹੋਵੇ ਕੋਈ ਫੈਸਿਲਿਟੀ, ਜਾਂ ਉਹਨਾਂ ਦੇ ਨਾਂ 'ਤੇ ਪੈਸਾ ਖਾਧਾ ਕਿਉਂ ਜਾਵੇ, ਇਹ ਬੇਸਿਕ ਇਸ਼ੂ ਹੈ। ਮੈਂ ਇਸ ਗੱਲ 'ਚ ਸ਼ੁਰੂ 'ਚ ਪੈਂਦਾ ਹੀ ਨਹੀਂ ਵੀ ਪੈਸਾ ਖਾਧਾ ਗਿਆ ਜਾਂ ਨਹੀਂ ਖਾਧਾ ਗਿਆ। ਕਿਸੇ ਹੋਰ ਨੇ ਇਲਜ਼ਾਮ ਨਹੀਂ ਸੀ ਲਾਏ। ਜਿਹੜਾ ਡਿਪਾਰਟਮੈਂਟ ਦਾ ਸੈਕਟਰੀ ਹੈ ਉਹਨੇ ਰਿਪੋਰਟ ਆਪਣੀ ਦਿੱਤੀ ਸੀ। ਜੇ ਕੋਈ ਬਾਹਰੋਂ ਕੋਈ ਗੱਲ ਕਰ ਰਿਹਾ ਹੋਵੇ ਫਿਰ ਤਾਂ ਕਿਹਾ ਜਾ ਸਕਦਾ ਹੈ ਵੀ ਇਹ ਸਿਆਸਤ ਹੋ ਰਹੀ ਹੈ, ਐਲੀਗੇਸ਼ਨਸ ਹੈ। ਰਿਪੋਰਟ ਸੈਕਟਰੀ ਆਫ ਦੀ ਡਿਪਾਰਟਮੈਂਟ ਬਹੁਤ ਵੱਡੀ ਗੱਲ ਸੀ। ਮੇਰੇ ਖਿਆਲ ਦੇ ਵਿੱਚ ਇਨਕੁਆਇਰੀ ਆਰਡਰ ਕਰਕੇ ਨਾਲ ਹੀ ਮਿਨਿਸਟਰ ਕੰਸਰਨਡ ਉਹਦਾ ਅਸਤੀਫਾ ਲੈ ਲੈਣਾ ਚਾਹੀਦਾ ਸੀ। ਭਾਵੇਂ ਇਨਵਾਲਵ ਨਾ ਹੋਵੇ, ਇੱਕ ਵਾਰੀ ਇਨਕੁਆਇਰੀ ਕਰਾ ਦਿਓ, ਜੇ ਬੰਦਾ ਬਾਅਦ 'ਚ ਕਲੀਅਰ ਹੋ ਜਾਂਦਾ ਹੈ ਰੀਇਨਸਟੇਟ ਕਰ ਦਿਓ। ਹੁਣ ਇਹ ਇੰਪਰੈਸ਼ਨ ਲਗਾਤਾਰ ਜਾ ਰਿਹਾ, ਪਬਲਿਕ ਪਰਸੈਪਸ਼ਨ ਬਹੁਤ ਇੰਪੋਰਟੈਂਟ ਹੁੰਦੀ ਹੈ। ਮੰਤਰੀ ਸਾਹਿਬ ਦਾ ਇੱਥੇ ਆਪਣੇ ਆਪ ਦੇ ਵਿੱਚ ਖੜਨਾ ਤਾਂ ਵੀ ਬਣਦਾ ਸੀ, ਕਿਉਂਕਿ ਉਹ ਵੀ ਉਸੇ ਸਮਾਜ ਤੋਂ ਆਉਂਦੇ ਨੇ ਬੇਸਿਕਲੀ। ਪੰਜਾਬ ਦਾ ਜਿਹੜਾ ਪਿਛਲਾ ਇਤਿਹਾਸ ਹੈ, ਮੇਰੇ ਖਿਆਲ 'ਚ ਆਪਾਂ ਜਿੰਨੇ ਦੇਖੇ ਸੋਸ਼ਲ ਵੈਲਫੇਅਰ ਮਿਨਿਸਟਰ ਸਾਰੇ ਹੀ ਉਸ ਸੈਕਸ਼ਨ ਤੋਂ ਹੀ ਆਉਂਦੇ ਆ ਬਾਈ ਐਂਡ ਲਾਰਜ। ਸੋ ਇਹ ਕਿਹਾ ਜਾਂਦਾ ਵੀ ਇਸੇ ਕਰਕੇ ਉਹਨਾਂ ਨੂੰ ਕੋਈ ਦਰਦ ਨਹੀਂ ਹੁੰਦਾ, ਕਿਉਂਕਿ ਆਪਣੇ ਸੈਕਸ਼ਨ ਦੇ ਹੀ ਹੇਰਾਫੇਰੀ ਕਰ ਰਹੇ ਹੋ। ਮੇਰੀ ਗੱਲ ਸ਼ਾਇਦ ਮਾੜੀ ਲੱਗੇ, ਲੇਕਿਨ ਇਹ ਫੈਕਟ ਹੈ। ਜੇ ਉਂਗਲੀ ਅੰਦਰੋਂ ਹੀ ਉੱਠੀ ਸੀ ਅਤੇ ਚਾਹੀਦਾ ਤਾਂ ਇਹ ਸੀ ਕਿ ਕੈਪਟਨ ਸਾਹਿਬ ਉਹਨਾਂ ਦਾ ਅਸਤੀਫਾ ਲੈਂਦੇ, ਇਨਕੁਆਇਰੀ ਆਰਡਰ ਕਰਦੇ, ਅਤੇ ਜੇ ਉਹਨਾਂ ਨੂੰ ਕਲੀਨ ਚਿੱਟ ਮਿਲਦੀ ਸੀ ਉਹਨਾਂ ਨੂੰ ਬਾਅਦ ਮੁੜ ਕੇ ਲਿਆਉਂਦੇ। ਹੁਣ ਪਬਲਿਕ ਪਰਸੈਪਸ਼ਨ ਲਗਾਤਾਰ ਇਹ ਬਣ ਰਹੀ ਹੈ ਕਿ ਕੈਪਟਨ ਸਾਹਿਬ ਆਪਣੇ ਕਰਪਟ ਮੰਤਰੀ ਨੂੰ ਪ੍ਰੋਟੈਕਟ ਕਰ ਰਹੇ ਹੈ। ਹੁਣ ਆ ਜਾਓ ਇਹਦੀ ਸਿਆਸੀ ਡਾਇਮੈਂਸ਼ਨ 'ਤੇ। ਦਲਿਤ ਪਾਪੂਲੇਸ਼ਨ ਪੰਜਾਬ ਦੀ 33% ਹੈ। ਉਹ ਵੱਖਰੀ ਗੱਲ ਹੈ ਕਿ ਇਹ ਯੂਨੀਫਾਰਮ ਵੋਟ ਬੈਂਕ ਨਹੀਂ ਹੈ। ਸਿਰਫ ਸਿਆਸੀ ਪਾਰਟੀਆਂ ਦੇ ਵਿੱਚ ਇਹ ਨਹੀਂ ਵੰਡਿਆ, ਇਹਨਾਂ ਦੇ ਹੋਰ ਵੀ ਵੱਖਰੇ ਵੱਖਰੇ ਫੈਕਸ਼ਨਸ ਹੈ। ਜਿਸ ਸਟੇਟ ਦੇ ਵਿੱਚ ਐਡਾ ਵੱਡਾ ਸੈਕਸ਼ਨ ਦਲਿਤ ਪਾਪੂਲੇਸ਼ਨ ਦਾ ਹੋਵੇ, ਔਰ ਜਿਸ ਸਟੇਟ ਦੇ ਵਿੱਚੋਂ ਉਹ ਲੀਡਰ ਨਿਕਲਿਆ ਹੋਵੇ ਜਿਹਨੇ ਬਹੁਜਨ ਸਮਾਜ ਪਾਰਟੀ ਬਣਾਈ ਹੋਵੇ, ਔਰ ਉਸ ਸਟੇਟ ਦੇ ਵਿੱਚ ਹੀ ਉਹ ਪਾਰਟੀ ਨਾਨ ਐਗਜ਼ਿਸਟੈਂਟ ਹੋਵੇ, ਇਹ ਬੜੀ ਵੱਡੀ ਕੰਟਰਾਡਿਕਸ਼ਨ ਆਪਣੇ ਆਪ ਦੇ ਵਿੱਚ। ਹਾਂਜੀ, ਸੋ ਜਿਹੜੀ ਵੇਰੀਅਸ ਫੈਕਸ਼ਨਸ ਹੈ ਨਾ ਦਲਿਤ ਸੈਕਸ਼ਨ ਦੀਆਂ, ਇੱਕ ਤਾਂ ਇਹ ਇਕੱਠੇ ਨਹੀਂ ਗਏ, ਇਹਨਾਂ ਦੇ ਆਪਣੇ ਇੰਟਰਸਟ ਗਰੁੱਪ ਹੈ। ਕਾਂਗਰਸ ਅਤੇ ਅਕਾਲੀ ਦਲ, BSP ਸਾਰੇ ਵੰਡੇ ਹੋਏ ਹੈ। ਜਿਹੜੀ ਪਾਰਟੀ ਇਹਨਾਂ ਨੂੰ ਇਗਨੋਰ ਕਰੇਗੀ, ਇਸੇ ਇਸ਼ੂ ਨੂੰ ਲੈ ਲਓ, ਅਤੇ ਉਹ ਮਰੇਗੀ। ਵੋਟ ਬੈਂਕ ਭਾਵੇਂ ਯੂਨੀਫਾਰਮ ਨਾ ਹੋਵੇ ਪਰ ਇਫੈਕਟਿਵ ਹੈ। ਇਸ ਵੇਲੇ ਜੇ ਤੁਸੀਂ ਸਟੱਡੀ ਕਰੋ ਪਿਛਲੀਆਂ 3-4 ਅਸੈਂਬਲੀ ਇਲੈਕਸ਼ਨਸ, ਜਿਹੜੀਆਂ ਰਿਜ਼ਰਵ ਸੀਟਾਂ ਇਹ ਜ਼ਿਆਦਾ ਅਕਾਲੀ ਦਲ ਕੋਲ ਜਾਂਦੀਆਂ, ਕਾਂਗਰਸ ਕੋਲ ਨਹੀਂ ਜਾਂਦੀਆਂ, ਜਦ ਕਿ ਕਾਂਗਰਸ ਕਿਸੇ ਵੇਲੇ ਕਲੇਮ ਕਰਦੀ ਸੀ ਕਿ ਅਸੀਂ ਇਹਨਾਂ ਦੇ ਚੈਂਪੀਅਨ ਹੈ। ਅਕਾਲੀ ਦਲ ਤਾਂ ਕਲੇਮ ਹੀ ਨਹੀਂ ਕਰਦਾ ਵੀ ਚੈਂਪੀਅਨ, ਉਹ ਤਾਂ ਕਿਸਾਨਾਂ ਦੇ ਚੈਂਪੀਅਨ ਕਲੇਮ ਕਰਦੇ ਆ ਆਪਣੇ ਆਪ ਨੂੰ। ਕਿਸੇ ਵੇਲੇ ਇਹ ਸੈਕਸ਼ਨ ਵੱਜਦਾ ਸੀ ਕਾਂਗਰਸ ਨਾਲ। ਹੁਣ ਕਾਂਗਰਸ ਦੀ ਸਰਕਾਰ ਹੈ ਅਤੇ ਇਹਨਾਂ ਦੇ ਖਿਲਾਫ ਮੁਜ਼ਾਹਰੇ ਹੋ ਰਹੇ ਆ। ਇਹ ਤਾਂ ਹੁਣ ਕੈਪਟਨ ਸਾਹਿਬ ਦੇਖਣਗੇ ਇਹਨਾਂ ਨੇ ਸਿਆਸੀ ਲੈਵਲ 'ਤੇ ਕਿਸ ਢੰਗ ਨਾਲ ਸਾਰੀ ਗੱਲ ਦੇਖਣੀ ਹੈ।
ਸਰ ਜੇ ਬਾਏ ਐਂਡ ਲਾਰਜ ਅਸੀਂ ਦੇਖੀਏ ਤਾਂ ਇਸ ਟਾਈਮ ਸਿਆਸਤ ਦਾ ਵਿਹੜਾ ਖਿਲ ਰਿਹਾ ਜਿਹਾ ਪਿਆ ਪੂਰੇ ਤਰੀਕੇ ਦੇ ਨਾਲ, ਬਿਲਕੁਲ ਬਿਖਰਾਵ ਬਹੁਤ ਜ਼ਿਆਦਾ ਹੈਗਾ ਤੇ ਜਿਹੜੇ ਪੋਲੀਟੀਕਲ ਬਾਕੀ ਦੇ ਇਸ਼ੂ ਸੀਗੇ ਉਹ ਵੀ ਇੱਕ ਸਾਈਡ ਤੇ ਛੱਡ ਦਿਓ, ਬਹੁਤ ਸਾਰੇ ਧਾਰਮਿਕ ਇਸ਼ੂ ਆਏ ਉਹ ਵੀ ਪਿੱਛੇ ਪੈ ਗਏ ਇਸ ਟਾਈਮ 1 ਮਿੰਟ ਲਈ। ਵੋਟ ਬੈਂਕ ਦੀ ਜੇ ਆਪਾਂ ਗੱਲ ਕਰੀਏ ਹੱਥਾਂ ਪੈਰਾਂ ਦੀ ਜਦੋਂ ਆਈ ਹੈ ਤੇ ਜਾਂ ਤਾਂ ਹੁਣ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ ਇਹੀ ਸਕਾਲਰਸ਼ਿਪ ਮਾਮਲਾ ਜਾਂ ਕਿਸਾਨੀ ਨੇ ਖਾਸ ਕਰਕੇ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਵਿੱਚ ਇੱਕ ਵਾਰੀ ਤਾਂ ਤਰਥੱਲੀ ਵਜਾਤੀ ਹੈ, ਚਾਹੇ ਉਹ ਬੀਜੇਪੀ ਸੈਂਟਰ ਦੀ ਸਰਕਾਰ ਹੀ ਕਿਉਂ ਨਾ ਹੋਵੇ। ਕਿਵੇਂ ਦੇਖਦੇ ਹੋ ਤੁਸੀਂ ਕਿ ਵਾਕਈ ਸਾਡਾ ਦੇਸ਼ ਜਿਹੜਾ ਹੈ ਉਹ ਕਿਸਾਨੀ ਵੋਟ ਬੈਂਕ ਦੇ ਨਾਮ ਤੋਂ ਜਾਂ ਇਸ ਤਰੀਕੇ ਦੇ ਨਾਲ ਜਿਹੜਾ ਦਲਿਤ ਔਰ ਕਿਸਾਨੀ ਇਹ ਵਾਕਈ ਸਿਆਸਤ ਨੂੰ ਬਿਲਕੁਲ ਫੇਰ ਬਦਲ ਕਰਨ ਦੇ ਵਿੱਚ, ਤਖਤੇ ਪਲਟਣ ਦੇ ਵਿੱਚ ਜਾਂ ਕੁਛ ਇਹਦੇ 'ਚ ਇੱਕ ਤਰੀਕੇ ਦੇ ਨਾਲ ਇਸ ਵਿਹੜੇ ਵਿੱਚ ਤਰਥੱਲੀ ਘੱਟੋ ਘੱਟ ਮਚਾਉਣ ਦੇ ਵਿੱਚ ਕਾਮਯਾਬ ਹਮੇਸ਼ਾ ਰਿਹਾ ਹੈ ਤੇ ਸ਼ਾਇਦ ਇਸ ਵਾਰ ਵੀ ਕੋਈ ਫੇਰ ਬਦਲ ਆਉਣਗੇ? ਮੇਰੇ ਖਿਆਲ ਦੇ ਵਿੱਚ 2022 ਦੀ ਇਲੈਕਸ਼ਨ ਡਿਸਾਈਸਿਵ ਜੇ ਹੋਈ ਤਾਂ ਇਹਨਾਂ ਸੈਕਸ਼ਨਸ ਕਰਕੇ ਹੀ ਹੋਏਗੀ। ਜੋ ਕੁਛ ਇਸ ਵੇਲੇ ਪੰਜਾਬ ਦੇ ਵਿੱਚ ਵਾਪਰ ਰਿਹਾ ਹੈ, ਜਿਸ ਤੱਕ ਨਾਲ ਸੰਘਰਸ਼ ਦੋਵੇਂ ਹੀ ਚੱਲ ਰਹੇ ਹੈ, ਇਹ 2022 ਦੀ ਇਲੈਕਸ਼ਨ 'ਤੇ ਸਿੱਧਾ ਹੀ ਅਸਰ ਪਾਉਣਗੇ। ਅਤੇ ਜਿਹੜੀ ਹੁਣ ਪੋਲੀਟਿਕਸ ਚੱਲਣੀ ਹੈ 2022 ਤੱਕ, ਉਹ ਇਹਦੇ ਵਿੱਚੋਂ ਹੀ ਨਿਕਲੇਗੀ ਸਾਰੀ ਗੱਲ ਦੇ ਵਿੱਚੋਂ। ਇੱਕ ਇਹ ਆਸਪੈਕਟ ਹੈ। ਦੂਸਰਾ, ਜੇ ਉਸ ਵੇਲੇ ਤੱਕ ਬਾਈ ਚਾਂਸ ਬਰਗਾੜੀ ਦਾ ਮਸਲਾ ਫਿਰ ਭੱਗ ਗਿਆ ਜਿਵੇਂ ਕਿ ਨਜ਼ਰ ਆ ਰਿਹਾ ਹੈ, ਚਾਰਜ ਸ਼ੀਟਾਂ ਫਾਈਲ ਹੋ ਰਹੀਆਂ, ਅਤੇ ਪੰਜਾਬ ਇੱਕ ਵੱਖਰੀ ਤਰ੍ਹਾਂ ਦੀ ਸਟੇਟ ਹੈ ਜਿੱਥੇ ਇਹੋ ਜਿਹੇ ਇਸ਼ੂ ਮੈਟਰ ਕਰਦੇ ਹੁੰਦੇ ਹੈ। ਅਯੋਧਿਆ ਸ਼ਾਇਦ ਉਸ ਤਰ੍ਹਾਂ ਮੈਟਰ ਨਾ ਕਰੇ, ਉਹ ਵੱਖਰਾ ਇਸ਼ੂ ਹੈ, ਜਦ ਕਿ ਬੀਜੇਪੀ ਨੇ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਜਿਹੜੀ ਪੰਜਾਬ ਦੀ ਅਤੇ ਸਿੱਖਾਂ ਦੀ ਡਾਇਨਾਮਿਕਸ ਹੈ ਉਹ ਵੱਖਰੀ ਤਰ੍ਹਾਂ ਦੀ ਹੈ। ਇਸ ਕਰਕੇ ਇਸ ਸਟੇਟ ਦੇ ਵਿੱਚ ਇਹੋ ਜਿਹੇ ਇਸ਼ੂ ਮੈਟਰ ਕਰ ਜਾਂਦੇ ਹੈ। ਇਕੋਨਮੀ ਅਤੇ ਧਰਮ ਦੋਵੇਂ ਜਦੋਂ ਇਕੱਠੇ ਕਰ ਦਿਓ ਅਤੇ ਉਹ ਡੈਡਲੀ ਕੰਬੀਨੇਸ਼ਨ ਹੈ। ਆਖਰੀ ਸਵਾਲ ਸਰ, SGPC ਫਿਰ ਇੱਕ ਵਾਰੀ ਚਰਚਾ 'ਚ ਆ ਗਿਆ, ਕੀ ਕਹੋਗੇ? ਮੇਰੇ ਖਿਆਲ 'ਚ ਇਲੈਕਸ਼ਨ ਹੋਣੀ ਚਾਹੀਦੀ ਹੈ ਜਿੰਨੀ ਛੇਤੀ ਹੋ ਸਕੇ। ਦੇਖੋ, ਪ੍ਰੋਸੈਸ ਸਰਕਾਰ ਨੇ ਸ਼ੁਰੂ ਕਰਤਾ। ਮੈਂ ਹੁਣ ਤੁਹਾਡਾ 1 ਮਿੰਟ ਲੈ ਲਾਂ ਇੱਥੇ। ਅਸੀਂ ਬੜੀ ਦੇਰ ਦੇ ਇੱਕ ਗੱਲ ਦੀ ਵੇਟ ਕਰ ਰਹੇ ਸੀ ਕਿ ਜੇ ਬੀਜੇਪੀ ਨੇ ਅਕਾਲੀ ਦਲ ਨੂੰ ਹੋਰ ਵੀਕ ਕਰਨਾ ਹੈ ਅਤੇ SGPC ਇਲੈਕਸ਼ਨ ਜਲਦੀ ਕਰਵਾ ਦੇਣਗੇ। ਇਹ ਟੈਸਟ ਹੋਏਗਾ ਵੀ ਉਹ ਢੀਂਡਸਾ ਸਾਹਿਬ ਨੂੰ ਅੱਗੇ ਲਿਆਉਣਾ ਚਾਹੁੰਦੇ ਹੈ ਅਤੇ ਇਹਨਾਂ ਨੂੰ ਥੱਲੇ ਸੁੱਟਣਾ ਚਾਹੁੰਦੇ ਹੈ। ਇਲੈਕਸ਼ਨ ਕਮਿਸ਼ਨਰ ਤਾਂ ਅਪਾਇੰਟ ਕਰਤਾ ਉਹਨਾਂ ਨੇ। ਪ੍ਰੋਸੈਸ ਹੈਜ਼ ਬਿਨ ਸੈਟ ਇਨ ਮੋਸ਼ਨ। ਅਤੇ ਜਿਸ ਢੰਗ ਨਾਲ ਅਕਾਲੀ ਦਲ ਦੇ ਖਿਲਾਫ ਗ੍ਰਾਸ ਰੂਟ ਲੈਵਲ 'ਤੇ ਕੰਪੇਨ ਧਾਰਮਿਕ ਖੇਤਰ ਦੇ ਵਿੱਚ ਚੱਲ ਰਹੀ ਹੈ, ਉਹ ਬਹੁਤ ਇੰਟਰਸਟਿੰਗ ਹੈ। ਉਹ ਨਜ਼ਰ ਨਹੀਂ ਆਉਂਦੀ। ਨਜ਼ਰ ਤਾਂ ਇਹੀ ਆਉਂਦਾ ਵੀ ਇਹਨਾਂ ਨੇ ਸਾਰੇ ਸਿੱਖ ਇੰਸਟੀਟਿਊਸ਼ਨ ਤਬਾਹ ਕਰਤੇ। ਡੈਮੇਜ ਤਾਂ ਹੋਏ ਹੈ, ਇਹਦਾ ਕੋਈ ਦੋ ਰਾਏ ਹੈ ਹੀ ਨਹੀਂ। ਹਾਂਜੀ, ਲੇਕਿਨ ਇੱਕ ਸਿਸਟਮੈਟਿਕ ਥੱਲੇ ਕੰਪੇਨ ਚੱਲ ਰਹੀ ਹੈ ਕਈ ਲੈਵਲ 'ਤੇ ਆ ਕੇ, ਉਹ ਇਹਨਾਂ ਨੂੰ ਹਾਰਮ ਕਰ ਸਕਦੀ ਹੈ। ਲੇਕਿਨ ਉਹਦੇ ਵਾਸਤੇ ਇੱਕ ਵਾਇਬਲ ਆਲਟਰਨੇਟਿਵ ਬਿਲਡ ਕਰਨਾ ਇਹਨਾਂ ਦੇ ਖਿਲਾਫ ਉਹ ਬਹੁਤ ਜ਼ਰੂਰੀ ਹੋਏਗਾ। ਉਹ ਪਹਿਲਾਂ ਕਦੇ ਅੱਜ ਤੱਕ ਹੋਇਆ ਨਹੀਂ। ਹੁਣ ਜਿਹੜੀ ਐਫਰਟ ਹੋ ਰਹੀ ਹੈ ਉਹ ਇਹ ਹੈ ਕਿ ਕੈਂਡੀਡੇਟ ਹੁਣੇ ਈਅਰ ਮਾਰਕ ਕਰਨੇ ਸ਼ੁਰੂ ਕਰ ਲਓ। ਥੱਲੇ ਜਿਹੜੇ ਸਿੱਖ ਪ੍ਰੈਸ਼ਰ ਗਰੁੱਪ ਹੈ ਉਹ ਇਹ ਕੰਮ ਸ਼ੁਰੂ ਕਰ ਲੈਣ, ਅਤੇ ਜਦੋਂ ਇਲੈਕਸ਼ਨ ਅਨਾਊਂਸ ਹੋਵੇ ਫਾਰਮਲੀ, ਉਹ ਲਿਸਟ ਸਾਰੀ ਤਿਆਰ ਕਰਕੇ ਲੋਕਾਂ ਦੇ ਸਾਹਮਣੇ ਪੇਸ਼ ਕਰ ਦਿਓ। ਲੇਕਿਨ ਉਹਦੇ ਵਾਸਤੇ ਵੀ ਇੱਕ ਬੈਨਰ ਚਾਹੀਦਾ ਹੁੰਦਾ, ਉਹ ਮਿਸਿੰਗ ਹੈ ਜੀ। ਬਹੁਤ ਬਹੁਤ ਧੰਨਵਾਦ ਸਰ। ਮੁੱਦੇ ਪੰਜਾਬ 'ਚ ਕਦੀ ਘੱਟ ਨਹੀਂ ਰਹੇ ਅਤੇ ਹੁਣ ਵੀ ਮੁੱਦੇ ਜਿਹੜੇ ਨੇ ਉਹ ਇਸ ਟਾਈਮ ਜਿਹੜੇ ਨੇ ਅਲੱਗ-ਅਲੱਗ ਮੁੱਦੇ ਜਿਹੜੇ ਨੇ ਉਹ ਜ਼ਮੀਨ 'ਤੇ ਉਤਰੇ ਹੋਏ ਹੈ। ਅਸੀਂ ਪੋਲੀਟੀਕਲ ਪਾਰਟੀਜ਼ ਕੋਲ ਵੀ ਜਾਂਦੇ ਹਾਂ, ਲੀਡਰਾਂ ਕੋਲ ਜਾਂਦੇ ਹਾਂ, ਕਦੀ ਅਕਾਲੀ ਦਲ ਕੋਲ ਚਲੇ ਜਾਂਦੇ ਹਾਂ, ਕਦੀ ਕਾਂਗਰਸ ਕੋਲ ਚਲੇ ਜਾਂਦੇ ਹਾਂ, ਕਦੀ ਆਮ ਆਦਮੀ ਪਾਰਟੀ ਦੇ ਲੋਕਾਂ ਕੋਲ ਜਾਂਦੇ ਹਾਂ। ਉਹਨਾਂ ਦੇ ਪੱਖ ਦੀ ਗੱਲ ਜਾਂ ਉਹ ਜੋ ਕਹਿਣਾ ਚਾਹੁੰਦੇ ਉਹ ਸੁਣਦੇ ਹਾਂ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਪਰ ਜਦੋਂ ਡੈਫੀਨੇਟਲੀ ਜਿਹੜੀ ਧਿਰ ਕੋਲ ਜਾਂਦੇ ਹਾਂ ਉਹਨਾਂ ਨੇ ਆਪਣਾ ਪੱਖ ਪੂਰਨਾ ਹੁੰਦਾ, ਉਹਨਾਂ ਨੇ ਆਪਣੀ ਗੱਲ ਕਰਨੀ ਹੁੰਦੀ ਹੈ। ਪਰ ਜਦੋਂ ਕੋਈ ਨਿਰਪੱਖ ਗੱਲ ਕਰਨੀ ਹੋਵੇ ਤਾਂ ਸਾਨੂੰ ਹਰ ਵਾਰ ਕਿਸੇ ਨਾ ਕਿਸੇ ਐਸੇ ਸ਼ਖਸ ਦੀ ਲੋੜ ਪੈਂਦੀ ਹੈ, ਜਾਂ ਖਾਸ ਕਰਕੇ ਜੇ ਮੈਂ ਗੱਲ ਕਹਾਂ ਕਿਉਂਕਿ ਮੈਂ ਪੱਤਰਕਾਰ ਹੈਗੀ ਹਾਂ ਔਰ ਪੱਤਰਕਾਰ ਕਿੱਤਾ ਇਹੋ ਜਿਹਾ ਹੈਗਾ ਜਿਹਦੇ ਵਿੱਚ ਨਿਰਪੱਖ ਹੋਣਾ ਚਾਹੀਦਾ। ਜਦ ਕਿ ਅੱਜ ਕੱਲ੍ਹ ਥੋੜ੍ਹਾ ਜਿਹਾ ਸਿਚੁਏਸ਼ਨ ਚਾਹੇ ਅਲੱਗ ਵੀ ਹੈਗੀ ਹੈ, ਪਰ ਫਿਰ ਵੀ ਜਰਨਲਿਜ਼ਮ ਜਿਹੜੀ ਹੈਗੀ ਉਹ ਆਪਣੇ ਆਪ ਦੇ ਵਿੱਚ ਇੱਕ ਠਹਿਰਾਅ ਅਤੇ ਚੀਜ਼ਾਂ ਨੂੰ ਇੱਕ ਰਾਹ ਵੀ ਦਿੰਦੀ ਹੈ। ਅਤੇ ਜਗਤਾਰ ਸਿੰਘ ਜੀ ਜਿਹੜੇ ਨੇ ਉਹ ਪੁਰਾਣੇ ਬਹੁਤ ਹੀ ਜ਼ਿਆਦਾ ਸੀਨੀਅਰ ਪੱਤਰਕਾਰ ਨੇ। ਉਹਨਾਂ ਨੇ ਬਹੁਤ ਲੰਬਾ ਅਰਸਾ ਤਖਤੇ ਪਲਟਦੇ ਵੀ ਦੇਖੇ, ਬਣਦੇ ਵੀ ਦੇਖੇ, ਵਿਗੜਦੇ ਵੀ ਦੇਖੇ, ਅਤੇ ਖਾਸ ਕਰਕੇ ਪੰਜਾਬ ਦੀ ਜਰਨਲਿਜ਼ਮ ਦੇ ਵਿੱਚ ਉਹਨਾਂ ਨੇ ਬਹੁਤ ਕੁਛ ਜੋ ਵੀ ਕੁਝ ਵਾਪਰਿਆ ਹਿਸਟਰੀ ਦੇ ਪੰਨਿਆਂ ਦੇ ਵਿੱਚ ਉਹ ਵੀ ਦੇਖਿਆ, ਅਤੇ ਇੱਕ ਸੀਜ਼ਨਡ
ਲੇਖਕ ਵੀ ਨੇ। ਇਸ ਕਰਕੇ ਸਾਨੂੰ ਵਾਰ-ਵਾਰ ਇਹਨਾਂ ਕੋਲ ਆਉਣਾ ਪੈਂਦਾ ਜਦੋਂ ਸਾਨੂੰ ਪਰਿਸਥਿਤੀਆਂ ਨੂੰ, ਸਿਚੁਏਸ਼ਨਸ ਨੂੰ ਸਮਝਣਾ ਪੈਂਦਾ, ਪੰਜਾਬ ਨੂੰ ਸਮਝਣਾ ਪੈਂਦਾ, ਪੰਜਾਬ ਦੇ ਮੁੱਦਿਆਂ ਨੂੰ ਸਮਝਣਾ ਪੈਂਦਾ ਅਤੇ ਆਪਣੇ ਲੋਕਾਂ ਦੇ ਹੱਕਾਂ ਹਕੂਕਾਂ ਨੂੰ ਸਮਝਣਾ ਪੈਂਦਾ। ਅਗਲੇ ਵਾਰ ਫਿਰ ਮਿਲਾਂਗੇ ਕਿਸੇ ਇੱਕ ਹੋਰ ਸ਼ਖਸ ਦੇ ਨਾਲ, ਕਿਸੇ ਨਵੀਂ ਜਗ੍ਹਾ, ਕਿਸੇ ਨਵੇਂ ਮੋੜ 'ਤੇ। ਮੈਨੂੰ ਤੇ ਮੇਰੇ ਕੈਮਰਾ ਪਰਸਨ JP ਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।